ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਜਬ ਸਤਿਗੁਰ ਦਖਣ ਪੁਜੇ, ਜੈਥੋ ਦਾਦੂ ਦਵਾਰ। ਡੇਰਾ ਲਾਇਆ ਦੇਖ ਥਾਮ, ਸੰਗ ਪੰਜ ਸੱਤ ਸਿੰਘ ਹਜ਼ਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਆਪ ਸਮੂਹ ਮਾਈ ਭਾਈ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਅੱਜ ਸਿਰਜਣਾ ਦਿਵਸ ਹੈ। ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਨੇ ਅੱਜ ਦੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ ਜੀ ਵਰਗੇ ਗੁਰਸਿੱਖਾਂ ਨੂੰ ਨਾਲ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਨੀਂਹ ਰੱਖੀ ਔਰ ਸ੍ਰੀ ਅਕਾਲ ਤਖਤ ਸਾਹਿਬ ਦਾ ਇਹ ਥੜਾ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਨੇ ਬਣਾਇਆ ਔਰ ਸ੍ਰੀ ਅਕਾਲ ਤਖਤ ਸਾਹਿਬ ਤੇ ਸੇਵਾ ਸਭ ਤੋਂ ਪਹਿਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਲਾਈ। ਦੁਨੀਆ ਦੇ ਤਖਤ ਜਿੱਥੋਂ ਜ਼ਾਲਮ ਤੇ ਜ਼ੁਲਮ ਦੀ ਬਿਰਤੀ ਪ੍ਰਗਟ ਹੋ ਕੇ ਲੋਕਾਂ ਨੂੰ ਦੱਬ ਰਹੀ ਸੀ, ਰਾਜੇ ਭੁੱਖਿਆਂ ਬਾਜਾਂ ਵਾਂਗੂ ਪ੍ਰਜਾ ਨੂੰ ਖਾ ਰਹੇ ਸੀ। ਜਿਨ੍ਹਾਂ ਤਖਤਾਂ ਤੇ ਦੁਨੀਆ ਦੇ ਤਖਤਾਂ ਤੇ ਨਿਆਂ ਦੀ ਕੋਈ ਉਮੀਦ ਨਹੀਂ ਸੀ, ਤਾਂ ਸਾਹਿਬ ਨੇ ਅਕਾਲ ਦਾ ਤਖਤ ਸਿਰਜਿਆ, ਜਿੱਥੇ ਸ਼ਰਨ ਵਿੱਚ ਆਏ ਹੋਏ ਹਰ ਇੱਕ ਪ੍ਰਾਣੀ ਨੂੰ ਗਾਲਣ ਲਾਇਆ ਜਾਂਦਾ ਤੇ ਜ਼ਾਲਮ ਤੇ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਹੁੰਦੀ। ਭਗਤੀ ਦੇ ਕੇਂਦਰ ਨਾਲ ਇਹ ਸ਼ਕਤੀ ਦਾ ਕੇਂਦਰ ਅੱਜ ਦੇ ਦਿਨ ਸਤਿਗੁਰਾਂ ਨੇ ਸਥਾਪਿਤ ਕੀਤਾ ਹੈ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਰਜਣਾ ਦਿਵਸ ਦੀਆਂ ਸਮੁੱਚੀਆਂ ਗੁਰੂ ਕੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਨ। ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਈਏ, ਆਪਣਾ ਆਪ ਸਮਰਪਣ ਕਰੀਏ। ਲੜੀਵਾਰ ਕਥਾ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਆਪ ਜੀ ਸਰਵਣ ਕਰ ਰਹੇ ਹੋ। ਕਲਗੀਧਰ ਪਾਤਸ਼ਾਹ ਗੁਰੂ ਕਾਂਸ਼ੀ ਸ੍ਰੀ ਦਮਦਮਾ ਸਾਹਿਬ ਦੇ ਇਲਾਕੇ 'ਚ ਵਿਚਰੇ ਨੇ। ਬਠਿੰਡੇ ਆਦਿਕ ਨਗਰਾਂ ਨੂੰ ਪਵਿੱਤਰ ਕੀਤਾ ਹੈ। ਛੱਤਿਆਣਾ ਨਗਰ, ਪੁੱਛੋ ਨਗਰ, ਅਨੇਕਾਂ ਨਗਰਾਂ ਨੂੰ ਮਹਾਰਾਜ ਜੀ ਨੇ ਕਿਰਤਾਰਥ ਕੀਤਾ ਹੈ। ਦਮਦਮਾ ਸਾਹਿਬ ਗੁਰੂ ਕਾਂਸ਼ੀ ਵਿਖੇ 9 ਮਹੀਨੇ 9 ਦਿਨ ਰਹਿ ਕੇ ਸਤਿਗੁਰੂ ਜੀ ਨੇ ਦੱਖਣ ਦਿਸ਼ਾ ਨੂੰ ਕੂਚ ਕੀਤਾ। ਕਈਆਂ ਨੂੰ ਪਰਖਿਆ ਪਰ ਕਈ ਪਰਖ ਤੇ ਖਰੇ ਨਹੀਂ ਉਤਰੇ। ਭਾਈ ਕੇ ਵਿੱਚੋਂ ਰਾਮ ਸਿੰਘ ਵਰਗੇ ਵੀ ਵਾਪਸ ਪਰਤ ਆਏ। ਡੱਲੇ ਵਰਗੇ ਚੌਧਰੀ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਿਨਾਂ ਦੱਸਿਆਂ ਸਤਿਗੁਰਾਂ ਦੀ ਪਰਿਕਰਮਾ ਕਰਕੇ 2-3 ਡੇਰੇ ਨਾਲ ਗਏ ਤੇ ਵਾਪਸ ਮੁੜ ਆਏ।
ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਦੱਖਣ ਦਿਸ਼ਾ ਵੱਲ ਵੱਧ ਰਹੇ ਨੇ। ਚਲਦਿਆਂ ਰਾਜਸਥਾਨ ਦੇ ਇਲਾਕੇ 'ਚ ਸਤਿਗੁਰੂ ਜੀ ਪਹੁੰਚੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ, ਕਿਉਂਕਿ ਟੂਕ ਮਾਤਰ ਕਥਾ ਸੰਖਿਪਤ ਰੂਪ ਵਿੱਚ ਭਾਈ ਰਤਨ ਸਿੰਘ ਜੀ ਲਿਖ ਰਹੇ ਨੇ। ਜਦੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਆਪ ਜੀ ਨੇ ਕਥਾ ਸੁਣੀ ਹੈ, ਵਿਸਥਾਰ ਨਾਲ ਸੁਣੀ ਹੈ ਕਿ ਦਮਦਮਾ ਸਾਹਿਬ ਦੇ ਨੇੜੇ ਤੇੜੇ ਕਿਤਨੇ ਨਗਰਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪਵਿੱਤਰ ਕੀਤਾ ਹੈ। ਅਨੇਕਾਂ ਨਗਰਾਂ ਨੂੰ ਆਪਣੇ ਚਰਨਾਂ ਦੀ ਛੋਹ ਨਾਲ ਪਵਿੱਤਰ ਕਰਕੇ ਅਨੇਕਾਂ ਦੀ ਕਲਿਆਣ ਕੀਤੀ। ਪਰ ਭਾਈ ਰਤਨ ਸਿੰਘ ਜੀ ਹੋਣਾ ਨੇ ਕੇਵਲ ਟੂਕ ਮਾਤਰ ਉਹ ਸਾਰੀ ਕਥਾ ਵਰਣਨ ਕੀਤੀ ਹੈ। ਮਨ ਬਿਰਤੀਆਂ ਇਕਾਗਰ ਕਰੀਏ, ਕਲਗੀਧਰ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਬ ਸਤਿਗੁਰ ਦੱਖਣ ਪੁਜੇ ਜੈਥੋਂ ਦਾਦੂ ਦਵਾਰ। ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੱਖਣ ਦਿਸ਼ਾ ਵੱਲ ਜਾ ਰਹੇ ਸਨ ਤੇ ਰਸਤੇ ਵਿੱਚ ਰਾਜਸਥਾਨ ਦੇ ਵਿੱਚ ਜੈਪੁਰ ਤੋਂ ਕੁਝ ਦੂਰੀ ਤੇ ਇੱਕ ਨਗਰ ਹੈ ਨਾਰਾਇਣਾ। ਇੱਥੇ ਕਲਗੀਧਰ ਪਾਤਸ਼ਾਹ ਜੀ ਨੇ ਪੜਾਅ ਕੀਤਾ ਹੈ। ਇੱਥੇ ਦਾਦੂ ਦੀਨ ਦਿਆਲ ਜੀ ਦਾ ਦਿਉਰਾ ਸੀ। ਇਸ ਜਗ੍ਹਾ ਤੇ ਦਾਦੂ ਦੀਨ ਦਿਆਲ ਜੀ ਦਾ ਉਹਨਾਂ ਦੀ ਸਮਾਧੀ ਹੈ। ਦਾਦੂ ਸੰਤ ਜੀ ਕਬੀਰ ਪੰਥੀ ਮਹਾਂਪੁਰਸ਼ ਸੀ। ਕਬੀਰ ਪੰਥੀਆਂ ਵਿੱਚੋਂ ਇਹ ਬੜੇ ਮਹਾਨ ਮਹਾਂਪੁਰਸ਼ ਹੋਏ ਨੇ। ਗੁਜਰਾਤ ਵਿੱਚ ਅਹਿਮਦਾਬਾਦ ਨਗਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ। ਸਰੀਰ ਇਹਨਾਂ ਨੇ ਇੱਥੇ ਆ ਕੇ ਛੱਡਿਆ ਨਾਰਾਇਣੇ ਜੈਪੁਰ ਦੇ ਲਾਗੇ। ਤੋ ਕਬੀਰ ਪੰਥੀਆਂ ਵਿੱਚ ਮਹਾਨ ਮਹਾਂਪੁਰਸ਼ ਮਹਾਤਮਾ ਹੋ ਨਿਬੜੇ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾਦੂ ਦੀਨ ਦਿਆਲ ਦਾ ਜਿੱਥੇ ਦਿਉਰਾ ਹੈ ਉੱਥੇ ਛਤਰੀ ਕਹਿੰਦੇ ਆ। ਹੋਰ ਵੀ ਕੁਝ ਮਹੰਤਾਂ ਦੀਆਂ ਹੁਣ ਤਾਂ ਉੱਥੇ ਛਤਰੀਆਂ ਹਨ। ਆਪਾਂ ਦਿਉਰਾ ਕਹਿ ਦਿੰਦੇ ਆ ਜਾਂ ਸਮਾਧੀ ਕਹਿ ਦਿੰਦੇ ਆ। ਰਾਜਸਥਾਨ ਦੇ ਇਲਾਕੇ ਵਿੱਚ ਉਹ ਛਤਰੀ ਕਹਿੰਦੇ ਆ। ਉੱਤੇ ਗੋਲ ਜਿਹੇ ਆਕਾਰ ਦੀ ਛਤਰੀ ਬਣਾ ਕੇ ਥੱਲੇ ਸਮਾਧੀ ਬਣਾਉਂਦੇ ਆ। ਇਸ ਕਰਕੇ ਹੁਣ ਵੀ ਉਹਨੂੰ ਉਹ ਛਤਰੀ ਬੋਲਦੇ ਨੇ। ਤੋ ਉਸ ਜਗ੍ਹਾ ਤੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਚਰਨ ਪਾਏ। ਡੇਰਾ ਲਾਇਆ ਦੇਖ ਥਾਮ ਸੰਗ 5-7 ਸਿੰਘ ਹਜ਼ਾਰੇ। ਜਿੱਥੇ ਦਾਦੂ ਦੀਨ ਦਿਆਲ ਜੀ ਦਾ ਦਿਉਰਾ ਹੈ ਉਹਦੇ ਨੇੜੇ ਇੱਕ ਬੜਾ ਸੁੰਦਰ ਤਾਲ ਵੀ ਹੈ ਜਲ ਦਾ। ਸਾਹਮਣੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਆ ਕੇ ਡੇਰਾ ਕੀਤਾ। ਸਤਿਗੁਰੂ ਜੀ ਦੇ ਨਾਲ ਤਕਰੀਬਨ 5 ਤੋਂ 7 ਹਜ਼ਾਰ ਦੇ ਨੇੜੇ ਫੌਜਾਂ ਹਨ। ਹਜੂਰ ਸਾਹਿਬ ਤੱਕ ਜਾਂਦਿਆਂ ਤਕਰੀਬਨ 1700-1800 ਸਿੰਘ ਰਹਿ ਗਏ ਸੀ। ਕੁਝ ਛੁੱਟੀਆਂ ਲੈ ਕੇ ਵਿਦਾ ਹੋ ਗਏ, ਕੁਝ ਆਪਣੇ ਆਪਣੇ ਨਗਰਾਂ ਵੱਲ ਚਲੇ ਗਏ। ਤੋ ਜਦੋਂ ਸਤਿਗੁਰੂ ਜੀ ਇੱਥੇ ਆਏ, ਭਾਈ ਰਤਨ ਸਿੰਘ ਜੀ ਦੇ ਅਨੁਸਾਰ ਮਹਾਰਾਜ ਜੀ ਦੇ ਨਾਲ ਤਕਰੀਬਨ 5 ਤੋਂ 7 ਹਜ਼ਾਰ ਸਿੰਘ ਸਨ। ਚੋਪਈ ਬਜੇ ਨਗਾਰੇ ਝੂਲੇ ਨਿਸ਼ਾਨ। ਨਗਾਰੇ ਵੱਜ ਰਹੇ ਨੇ, ਸਤਿਗੁਰਾਂ ਦੇ ਨਿਸ਼ਾਨ ਸਾਹਿਬ ਝੂਲ ਰਹੇ ਹਨ। ਪੜੇ ਬਾਣੀਆਂ ਕਿਸ ਕਰੇ ਨਾ ਕਾਣ। ਜਿੰਨੇ ਸਿੰਘ ਨੇ ਤਿਆਰ ਬਰ ਤਿਆਰ ਸਭ ਗੁਰਬਾਣੀ ਪੜ ਰਹੇ ਨੇ। ਬੜੇ ਬੜੇ ਨਾਮ ਰਸੀਏ ਗੁਰਸਿੱਖ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਨੇ, ਜਿਹੜੇ ਗੁਰਬਾਣੀ ਪੜ੍ਹਦੇ ਨੇ। ਕਿਸੇ ਦੀ ਕਾਣ ਕਨੋੜ ਨਹੀਂ ਮੰਨਦੇ। ਕੌਣ ਕੀ ਆਖਦਾ ਹੈ, ਕੌਣ ਕੀ ਕਹਿੰਦਾ ਹੈ,
ਕਿਸੇ ਵੀ ਕਾਣ ਕਨੋੜ ਤੋਂ ਰਹਿਤ ਗੁਰਬਾਣੀ ਪੜ੍ਹਦੇ ਹਨ। ਚੰਡੀ ਚਰਿਤ੍ਰ ਉਹ ਚੰਡੀ ਕੀ ਵਾਰ। ਜ਼ਿਆਦਾਤਰ ਇਹਨਾਂ ਵਿੱਚੋਂ ਜਿਹੜੇ ਸਿੰਘ ਨੇ ਉਹ ਕਲਗੀਧਰ ਜੀ ਦੀ ਬਾਣੀ ਬੀਰਸੀ ਬਾਣੀ ਦਾ ਪਾਠ ਕਰਦੇ ਨੇ। ਕਲਗੀਧਰ ਜੀ ਦੀ ਬੀਰਸੀ ਬਾਣੀ ਕਿਹੜੀ ਆ? ਭਾਈ ਰਤਨ ਸਿੰਘ ਜੀ ਦੱਸ ਰਹੇ ਨੇ, ਚੰਡੀ ਚਰਿਤ੍ਰ ਉਹ ਚੰਡੀ ਕੀ ਵਾਰ, ਚੰਡੀ ਚਰਿਤ੍ਰ ਦਾ ਪਾਠ ਕਰਦੇ ਆ। ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਸਿਰਮੌਰ ਰਚਨਾ ਹੈ ਚੰਡੀ ਚਰਿਤ੍ਰ। 2 ਚੰਡੀ ਚਰਿਤ੍ਰ ਸਤਿਗੁਰਾਂ ਨੇ ਉਚਾਰਨ ਕੀਤੇ ਨੇ। ਤੋ ਇੱਕ ਚੰਡੀ ਚਰਿਤ੍ਰ ਪਹਿਲਾ ਤੇ ਇੱਕ ਚੰਡੀ ਚਰਿਤ੍ਰ ਦੂਜਾ ਹੈ, ਉਹਦੇ ਨਾਲ ਚੰਡੀ ਦੀ ਵਾਰ ਹੈ। ਤੋ ਸਿੰਘ ਜਿਹੜੇ ਨੇ ਉਹ ਜਿੱਥੇ ਚੰਡੀ ਚਰਿਤ੍ਰ ਦਾ ਪਾਠ ਕਰਦੇ ਨੇ ਉੱਥੇ ਨਾਲ ਚੰਡੀ ਦੀ ਵਾਰ ਦਾ ਜਾਪ ਕਰਦੇ ਹਨ। ਅਕਾਲ ਉਸਤਤ ਕੋ ਕਰੇ ਉਚਾਰ। ਔਰ ਸ਼੍ਰੀ ਅਕਾਲ ਉਸਤਤ ਬਾਣੀ ਦਾ ਪਾਠ ਕਰਦੇ ਨੇ। ਵੇਖੋ ਕਿੱਡਾ ਪੁਰਾਤਨ ਪ੍ਰਮਾਣ ਹੈ। ਜਿਹੜੇ ਕਈ ਵੀਰ ਮਹਾਰਾਜ ਦਸਵੇਂ ਪਾਤਸ਼ਾਹ ਦੀ ਬਾਣੀ ਤੇ ਕਿੰਤੂ ਪਰੰਤੂ ਕਰਦੇ ਐ, ਉਹ ਕਹਿੰਦੇ ਜੀ 100 ਸਾਲਾਂ ਤੋਂ ਦਸਮ ਗ੍ਰੰਥ ਆਇਆ ਸਿੱਖਾਂ ਦੇ ਕੋਲ। ਭਲੇ ਮਾਨਸਾਂ ਨੂੰ ਇਹ ਨਹੀਂ ਪਤਾ ਵੀ ਇਸ ਗ੍ਰੰਥ ਦੀ ਰਚਨਾ ਜਿਹਦੀ ਆਪਾਂ ਕਥਾ ਕਰ ਰਹੇ ਹਾਂ ਇਹ 200 ਸਾਲ ਪਹਿਲਾਂ ਤਕਰੀਬਨ ਲਿਖਿਆ ਗਿਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਦੀ ਇਹ ਕਥਾ ਲਿਖੀ ਗਈ ਹੈ। ਤਾਂ ਉਸ ਵੇਲੇ ਭਾਈ ਰਤਨ ਸਿੰਘ ਜੀ ਨਾਲ ਬਾਣੀਆਂ ਦਾ ਜ਼ਿਕਰ ਕਰ ਰਹੇ ਨੇ। ਇਹਦੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪੁਰਾਤਨ ਇਤਿਹਾਸਕ ਗ੍ਰੰਥ ਨੇ। ਕੇਸਰ ਸਿੰਘ ਛਿੱਬਰ ਦਾ ਬੰਸਾਵਲੀ ਨਾਮਾ ਹੈ, ਰਹਿਤਨਾਮੇ ਮਿਲਦੇ ਨੇ ਜਿਨ੍ਹਾਂ ਵਿੱਚ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਦੇ ਪ੍ਰਮਾਣ ਹਨ। ਤੋ ਅਕਾਲ ਉਸਤਤ ਕੋ ਕਰੈ ਉਚਾਰ। ਬਹੁਤ ਸਾਰੇ ਸਿੰਘ ਅਕਾਲ ਉਸਤਤ ਬਾਣੀ ਦਾ ਜਾਪ ਕਰਦੇ ਨੇ। ਅਕਾਲ ਉਸਤਤ ਬਾਣੀ ਦਸਮ ਦੀ ਬਾਣੀ ਵਿੱਚ ਸਭ ਤੋਂ ਪਹਿਲਾਂ ਜਾਪ ਸਾਹਿਬ ਸਤਿਗੁਰਾਂ ਨੇ ਉਚਾਰਿਆ। ਜਾਪ ਸਾਹਿਬ ਤੋਂ ਬਾਅਦ ਫਿਰ ਮਹਾਰਾਜ ਜੀ ਨੇ ਅਕਾਲ ਉਸਤਤ ਬਾਣੀ ਉਚਾਰਣ ਕੀਤੀ ਹੈ। ਫਿਰ ਬਚਿੱਤਰ ਨਾਟਕ ਉਚਾਰਿਆ, ਫਿਰ ਚੰਡੀ ਚਰਿਤ੍ਰ ਪਹਿਲਾ ਦੂਜਾ, ਚੰਡੀ ਦੀ ਵਾਰ, ਫਿਰ ਗਿਆਨ ਪ੍ਰਬੋਧ। ਇਸੇ ਤਰ੍ਹਾਂ ਫਿਰ ਰਾਮਾ ਅਵਤਾਰ ਹੈ, ਕ੍ਰਿਸ਼ਨਾ ਅਵਤਾਰ ਹੈ। ਸਾਰੇ ਅਵਤਾਰਾਂ ਦੀ 24 ਅਵਤਾਰਾਂ ਦੀ ਕਥਾ ਅੱਗੇ ਆਉਂਦੀ ਹੈ। ਸ਼ਸਤਰ ਨਾਮ ਮਾਲਾ ਹੈ। ਤੋ ਫਿਰ ਸ਼ਸਤਰ ਨਾਮ ਮਾਲਾ ਤੋਂ ਪਹਿਲਾਂ ਖਾਲਸੇ ਦੀ ਉਪਮਾ ਹੈ। ਫਿਰ ਅੱਗੇ ਚਰਿਤਰਾਂ ਦੀ ਬਾਣੀ ਤੇ ਜਫਰਨਾਮਾ। ਇਹ ਗੁਰੂ ਸਾਹਿਬ ਦੀਆਂ ਬਾਣੀਆਂ ਨੇ। ਤੋ ਸਿੰਘ ਅਕਾਲ ਉਸਤਤ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦਾ ਬੜੇ ਪਿਆਰ ਨਾਲ ਜਾਪ ਕਰਦੇ ਨੇ, ਜਿਹਦੇ ਵਿੱਚ ਆਪ ਜੀ ਸਵਈਏ ਪੜ੍ਹਦੇ ਹੋ ਨਾ 5 ਬਾਣੀਆਂ ਚੋਂ। ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਭਰਿਓ ਕਰ ਜੋਗ ਜਤੀ ਕੇ। ਇਹ ਜਿਹੜੀ ਪਾਵਨ ਬਾਣੀ ਹੈ ਇਹ ਅਕਾਲ ਉਸਤਤ ਬਾਣੀ ਦੇ ਵਿੱਚੋਂ ਇੱਕ ਹਿੱਸਾ ਹੈ 10 ਸਵਈਆਂ ਦਾ। ਫਿਰ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਭਾਰ ਗਨੀ ਮਨ ਗਾਰੈ ਪਛ ਪਸ਼ੂ ਨਗ ਨਾਗ ਨਰਾਦ ਸਰਬ ਸਮੈ ਸਭ ਕੋ ਪ੍ਰਤਪਾਰੈ। ਇਹ ਪਾਵਨ ਬਾਣੀ ਵੀ ਅਕਾਲ ਉਸਤਤ ਬਾਣੀ ਦੇ ਵਿੱਚੋਂ ਕੁਝ ਸਵਈਏ ਨੇ ਜੋ ਸਿੰਘਾਂ ਨੇ ਆਪਣੇ ਨਿਤਨੇਮ ਦੇ ਵਿੱਚ ਲਾਏ ਹੋਏ ਨੇ। ਤੋ ਅਕਾਲ ਉਸਤਤ ਬਾਣੀ ਦਾ ਵੀ ਸਿੰਘ ਜਾਪ ਕਰਦੇ ਬੜੇ ਪਿਆਰ ਵਿੱਚ। ਜਦੋਂ ਪਿਆਰ ਵਿੱਚ ਆ ਕੇ ਪੜ੍ਹਦੇ ਨੇ, ਜਲਸ ਤੋਹੀਂ ਥਲਸ ਤੋਹੀਂ ਨਦਸ ਤੋਹੀਂ ਨਦਿਸ ਤੋਹੀਂ ਬ੍ਰਿਛਸ ਤੋਹੀਂ ਪਤਸ ਤੋਹੀਂ ਖੂਕ ਬਲਹਾਰੀ ਗਜ ਗਦਹਾ ਬਬੂਤ ਧਾਰੀ। ਗੇਦੂਆ ਮਸਾਨ ਬਾਸ ਕਰਿਓ ਕਰਤ ਹੈ ਘੁੱਗੂ ਮਟ ਬਉਲਾ ਲਗਾ ਡੋਲਤ ਉਦਾਸੀ ਮ੍ਰਿਗ ਤਰਵਰ ਸਦੀਵ ਮੋਨ ਸਾਧੇ ਹੀ ਮਰਤ ਹੈ ਬਿੰਦ ਕੇ ਸਧਈਆ ਤਾਂ ਹੀਜ ਕੀ ਬੜਈਆ ਦੇਤ। ਏਦਾਂ ਇਹ ਪਾਵਨ ਅੰਮ੍ਰਿਤ ਛੰਦ ਨੇ ਜਿਹੜੇ ਕਲਗੀਧਰ ਪਾਤਸ਼ਾਹ ਨੇ ਉਚਾਰਨ ਕੀਤੇ ਨੇ। ਕਤਹੁ ਸੁਚੇਤ ਹੋਏ ਕਾ ਚੇਤਨਾ ਕੋ ਚਾਰ ਕੀਓ, ਕਤਹੁ ਅਚੇਤ ਹੋਏ ਕਾ ਸੋਵਤ ਅਚੇਤ ਹੋ। ਇਹ ਪਾਵਨ ਅੰਮ੍ਰਿਤਮਈ ਗੁਰਬਾਣੀ ਦਾ ਜਾਪ ਗੁਰਸਿੱਖ ਕਰਦੇ ਹਨ। ਜਦੋਂ ਦਾਦੂ ਦੀਨ ਦਿਆਲ ਦੇ ਦਿਓਰੇ ਤੇ ਸਿੰਘ ਆਏ ਨੇ ਪੜਾ ਕੀਤਾ, ਕੋਈ ਚੰਡੀ ਚਰਿਤ੍ਰ ਪੜ੍ਹ ਰਿਹਾ ਹੈ, ਕੋਈ ਚੰਡੀ ਦੀ ਵਾਰ ਦਾ ਪਾਠ ਕਰ ਰਿਹਾ ਹੈ ਤੇ ਕੋਈ ਅਕਾਲ ਉਸਤਤ ਦੀ ਪਾਵਨ ਅੰਮ੍ਰਿਤ ਬਾਣੀ ਦਾ ਜਾਪ ਕਰ ਰਿਹਾ ਹੈ। ਜਿਮ ਜੇਠ ਤਪਤ ਮਦ ਬਰਖਾ ਹੋਏ। ਜਿਵੇਂ ਤਪਦੇ ਹੋਏ ਜੇਠ ਦੇ ਮਹੀਨੇ ਵਿੱਚ ਮੀਂਹ ਪੈਂਦਾ ਨਾ, ਤੇ ਮੀਂਹ ਪੈਣ ਵੇਲੇ ਸਾਰਿਆਂ ਦੀ ਤਪਸ਼ ਦੂਰ ਹੁੰਦੀ ਹੈ, ਔੜ ਦੂਰ ਹੁੰਦੀ ਹੈ ਤੇ ਸ਼ੀਤਲ ਹੋ ਜਾਂਦੇ ਨੇ। ਏਦਾਂ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦੀ ਸ਼ੀਤਲਤਾ ਦੀ ਲਹਿਰ ਵਰਤ ਰਹੀ ਹੈ। ਬੋਲੇ ਦਾਦਰ ਸੁਖ ਪਾਵੈ ਸੋਏ। ਕਹਿੰਦੇ ਜਿਵੇਂ ਦਾਦਰ ਬੋਲਦੇ ਹੁੰਦੇ ਆ ਨਾ ਉੱਚੀ ਉੱਚੀ ਜੇਠ ਦੇ ਮਹੀਨੇ ਦੇ ਵਿੱਚ ਮੀਂਹ ਪੈਂਦਿਆਂ,
ਏਦਾਂ ਗੁਰਸਿੱਖ ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹਦੇ ਨੇ, ਜਿਵੇਂ ਜਿਵੇਂ ਪੜ੍ਹਦੇ ਨੇ ਤਿਵੇਂ ਤਿਵੇਂ ਤਿਨਾਂ ਨੂੰ ਸੁੱਖ ਪ੍ਰਾਪਤ ਹੁੰਦਾ ਹੈ, ਤਿਵੇਂ ਤਿਵੇਂ ਤਿਨਾਂ ਦਾ ਹਿਰਦਾ ਸੁਖੀ ਹੁੰਦਾ ਹੈ। ਕੋਰ ਕਟਾ ਸੁਨ ਮੋਰ ਪੁਕਾਰੇ, ਜਿਵੇਂ ਬੱਦਲਾਂ ਦੀ ਕਾਲੀ ਘਟਾ ਨੂੰ ਵੇਖ ਕੇ ਮੋਰ ਬੋਲਦੇ ਨੇ ਨਾ ਉੱਚੇ ਉੱਚੇ, ਮੋਰ ਬਬੀਹੇ ਬੋਲਦੇ, ਵੇਖ ਬੱਦਲ ਕਾਲੇ, ਆਕਾਸ਼ ਵਿੱਚ ਕਾਲੇ ਰੰਗ ਦੇ ਬੱਦਲਾਂ ਦੀ ਘਟਾ ਵੇਖ ਕੇ ਜਿਵੇਂ ਮੋਰ ਬੋਲਦੇ ਨੇ ਉੱਚੀ ਉੱਚੀ, ਇਸ ਛਬ ਸੋ ਸਿੱਖ ਬਾਣੀ ਉਚਾਰੇ। ਇਸੇ ਛਵੀ ਨਾਲ ਗੁਰਸਿੱਖ ਗੁਰਬਾਣੀ ਆਪਣੀ ਰਸਨਾ ਤੋਂ ਉਚਾਰਦੇ ਨੇ। ਬੜੇ ਪਿਆਰ ਵਿੱਚ ਆ ਕੇ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੇ ਹੋਏ ਅੰਮ੍ਰਿਤਮਈ ਗੁਰਬਾਣੀ ਦਾ ਜਾਪ ਗੁਰਸਿੱਖ ਕਰਦੇ ਹਨ। ਦੋਹਰਾ ਕਿਤੇ ਗ੍ਰੰਥ ਕਿਤ ਪੁਸਤਕੈ, ਕਿਤੇ ਪੜ੍ਹੇ ਮੁਖ ਵਾਕ। ਹਾਂਜੀ, ਕਿਤੇ ਗ੍ਰੰਥ ਕਿਤ ਪੁਸਤਕੈ, ਕਿਤੇ ਪੜ੍ਹੇ ਮੁਖ ਵਾਕ। ਕਿਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਰਹੇ ਨੇ ਗੁਰਸਿੱਖ, ਕੋਈ ਸੁਖਮਣੀ ਸਾਹਿਬ ਦਾ ਪਾਠ ਕਰ ਰਿਹਾ, ਕਿਤੇ ਕੋਈ ਧਰਮ ਗ੍ਰੰਥ ਪੁਸਤਕਾਂ ਪੜ੍ਹ ਰਹੇ ਨੇ ਗੁਰਸਿੱਖ। ਪੜ੍ਹਨ ਦਾ ਵੀ ਸ਼ੌਂਕ ਸੀ ਸਤਿਗੁਰੂ ਜੀ ਦੇ ਵੇਲੇ ਸਿੰਘਾਂ ਨੂੰ, ਹੁਣ ਤਾਂ ਸਾਡੇ ਵਿੱਚ ਪੜ੍ਹਨ ਦਾ ਸ਼ੌਂਕ ਘਟ ਗਿਆ। ਤੇ ਜੇ ਕੋਈ ਪੜ੍ਹਨ ਲੱਗ ਪਏ ਗੁਰਬਾਣੀ ਦੀਆਂ ਇਤਿਹਾਸ ਦੀਆਂ ਪੁਸਤਕਾਂ ਬਾਰੇ ਜਾਣਕਾਰੀ, ਤਾਂ ਕਹਿੰਦੇ ਬਹੁਤਾ ਪਾੜੂ ਹੈ। ਪੁਰਾਤਨ ਸਮਿਆਂ 'ਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖ ਨੂੰ ਸ਼ਸਤਰ ਤੇ ਸ਼ਾਸਤਰ ਦੋਨਾਂ ਦਾ ਧਾਰਨੀ ਬਣਾਇਆ। ਕਈ ਗੁਰਸਿੱਖ ਸ਼ਾਸਤਰ ਪੜ੍ਹਦੇ ਨੇ, ਪੁਸਤਕਾਂ ਦਾ ਪਾਠ ਪੜ੍ਹਦੇ ਨੇ, ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਮੁੱਖ ਵਾਕ, ਕਿਉਂਕਿ ਮਹਾਰਾਜ ਜੀ ਦਾ ਸਰੂਪ ਨਾਲ ਸੀ। ਜਿਹੜਾ ਸਤਿਗੁਰਾਂ ਨੇ ਦਮਦਮਾ ਸਾਹਿਬ ਲਿਖਿਆ ਸੀ ਨਾ ਕਲਗੀਧਰ ਜੀ ਨੇ, ਉਹ ਸਤਿਗੁਰੂ ਜੀ ਨਾਲ ਹੀ ਲੈ ਗਏ ਸਨ ਹਜ਼ੂਰ ਸਾਹਿਬ, ਉਸੇ ਸਰੂਪ ਨੂੰ ਗੁਰਿਆਈ ਦਿੱਤੀ ਸੀ। ਤੋ ਕਈ ਗੁਰਸਿੱਖਾਂ ਨੇ ਪ੍ਰਕਾਸ਼ ਕੀਤਾ ਹੋਇਆ ਤੇ ਸ੍ਰੀ ਮੁੱਖ ਵਾਕ ਲੈ ਰਹੇ ਹਨ। ਕਈ ਪੜੇ ਰਬਾਬੀ ਰਬਾਬ ਲੈ, ਲਗ ਰਿਓ ਇੰਦਰਾਸਨ ਠਾਠ। ਮਹਾਰਾਜ ਜੀ ਦਾ ਦਰਬਾਰ ਸਜਿਆ ਏਦਾਂ ਜਾਪਦਾ ਜਿਵੇਂ ਇੰਦਰ ਦੀ ਸਭਾ ਲੱਗੀ ਹੁੰਦੀ ਹੈ ਨਾ ਸਵਰਗ ਵਿੱਚ। ਕਹਿੰਦੇ ਉਹਦਾ ਠਾਠ ਵੀ ਇੰਨਾ ਸੁੰਦਰ ਨਹੀਂ ਜਿੰਨੀ ਸੁੰਦਰ ਸਭਾ ਮਹਾਰਾਜ ਗੁਰੂ ਕਲਗੀਧਰ ਜੀ ਦੀ ਲੱਗੀ ਹੋਈ ਸੋਹਣੀ ਸ਼ੋਭ ਰਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਔਰ ਜਿਹੜੇ ਰਬਾਬੀ ਸਿੰਘ ਨੇ ਉਹ ਬੜੇ ਪਿਆਰ ਨਾਲ ਰਬਾਬਾਂ ਸੁਰ ਕਰਕੇ ਸਤਿਗੁਰਾਂ ਦੀ ਅੰਮ੍ਰਿਤਮਈ ਧੁਰਕੀ ਬਾਣੀ ਦਾ ਕੀਰਤਨ ਗਾਇਨ ਕਰ ਰਹੇ ਹਨ। ਸਵਈਆ ਕਿਤ ਝਾਂਜ ਮਿਰਦੰਗ ਉਪੰਗ ਬਜੇ, ਕਿਤੇ ਝਾਂਜ ਵੱਜ ਰਹੇ ਨੇ, ਕਿਤੇ ਮਿਰਦੰਗ ਵੱਜ ਰਹੇ ਨੇ, ਕਿਤੇ ਉਪੰਗ ਵੱਜ। ਇਹ ਜਿਹੜੇ ਉਪੰਗ ਹੁੰਦੇ ਇਹਨਾਂ ਨੂੰ ਨਸਤਰੰਗ ਕਹਿੰਦੇ ਆ। ਇਹ ਸਾਜ਼ ਐਸਾ ਹੈ, ਇਹ ਨਾ ਹਵਾ ਨਾਲ ਵੱਜਦਾ ਹੈ ਨਾ ਕਿਸੇ ਗੱਜ ਨਾਲ ਵੱਜਦਾ ਹੈ। ਇਹ ਸਾਡੇ ਗਲੇ ਦੀ ਇੱਕ ਨਸ ਹੁੰਦੀ ਹੈ, ਉਸ ਨਸ ਦੇ ਨਾਲ, ਉਸੇ ਕੰਪਣ ਦੇ ਨਾਲ, ਨਸ ਦੇ ਕੰਪਣ ਦੇ ਨਾਲ ਇਹਨੂੰ ਵਜਾਇਆ ਜਾਂਦਾ ਹੈ। ਇਸ ਕਰਕੇ ਇਹਨੂੰ ਨਸ ਤਰੰਗ ਕਹਿੰਦੇ ਨੇ ਤੇ ਉਪੰਗ ਵੀ ਕਹਿ ਦਿੰਦੇ ਨੇ। ਅੱਜ ਕੱਲ੍ਹ ਇਹ ਸਾਜ਼ ਬਹੁਤ ਘੱਟ ਵੇਖਣ ਨੂੰ ਮਿਲਦੇ ਨੇ। ਬਹੁਤ ਸਾਰੇ ਸਾਜ਼ ਸਮੇਂ ਦੇ ਨਾਲ ਨਾਲ ਜਿਹੜੇ ਪੁਰਾਤਨ ਸਾਜ਼ ਨੇ ਉਹ ਤਕਰੀਬਨ ਅਲੋਪ ਹੀ ਹੋਣ ਦੇ ਕਿਨਾਰੇ ਪਹੁੰਚੇ ਹੋਏ ਨੇ। ਤੋ ਹੋਰ ਨਵੇਂ ਨਵੇਂ ਬਹੁਤ ਸਾਜ਼ ਆ ਗਏ, ਪਰ ਪੁਰਾਣੇ ਸਾਜ਼ ਵੀ ਜਿਹੜੇ ਨੇ ਬੜੀਆਂ ਮਿਹਨਤਾਂ ਮੰਗਦੇ ਸਨ, ਬੜੇ ਮਿਹਨਤਾਂ ਦੇ ਨਾਲ ਇਹ ਵਜਾਏ ਜਾਂਦੇ ਸੀ। ਤੋ ਨਸ ਦੇ ਵਿੱਚੋਂ ਆਵਾਜ਼ ਕੱਢਣੀ ਵੇਖੋ ਕਿੰਨਾ ਔਖਾ ਸਾਜ਼ ਹੋਵੇਗਾ। ਉਹ ਸਾਜ਼ ਵੀ ਮਹਾਰਾਜ ਜੀ ਦੀ ਸਭਾ 'ਚ ਭਾਈ ਰਤਨ ਸਿੰਘ ਜੀ ਕਹਿੰਦੇ ਵੱਜ ਰਹੇ ਹਨ। ਕਿਤ ਦੋਇ ਕਰ ਤਾਲ ਰਬਾਬ ਬਜੇ, ਕਿਤੇ ਤਾਲ ਵੱਜ ਰਹੇ ਨੇ, ਮਿਰਦੰਗ ਵੱਜ ਰਹੇ ਨੇ, ਰਬਾਬ ਵੱਜ ਰਹੀ ਹੈ। ਜਲ ਬੀਨ ਸੁਬੀਨ ਪ੍ਰਵੀਨ ਸਜੇ, ਔਰ ਕਹਿੰਦੇ ਕਿਤੇ ਜਲ ਤਰੰਗ ਵੱਜ ਰਹੇ ਨੇ। ਜਲ ਤਰੰਗ ਅੱਜ ਕੱਲ ਤਾਂ ਉਹ ਸਾਜ਼ ਬਣ ਗਿਆ ਜਲ ਤਰੰਗ। ਪੁਰਾਣੇ ਸਮਿਆਂ 'ਚ ਪਾਣੀ ਪਾ ਕੇ ਨਾ ਕੁਝ ਬਰਤਨਾਂ ਦੇ ਵਿੱਚ ਫੇਰੋ ਵਜਾਏ ਜਾਂਦੇ ਸੀ। ਤੋ ਜਲ ਤਰੰਗ ਵੀ ਮਹਾਰਾਜ ਜੀ ਦੀ ਸਭਾ ਦੇ ਵਿੱਚ ਵੱਜ ਰਹੇ ਨੇ। ਹੋਰ ਬਹੁਤ ਸਾਰੇ ਸਾਜ਼ ਸਜ ਰਹੇ ਨੇ। ਕਿਤ ਤਾਰ ਸਤਾਰ ਤੰਬੂਰ ਸਜੇ, ਕਿਤੇ ਤਾਰ ਵਾਲੀਆਂ ਸੋਹਣੀਆਂ ਸਤਾਰਾਂ ਵੱਜ ਰਹੀਆਂ ਨੇ, ਤੰਬੂਰ ਵੱਜ ਰਹੇ ਹਨ। ਜਛ ਕਿਨਰ ਨਾਰਦ ਹਾ ਹਾ ਹੂ ਹੂ, ਕਹਿੰਦੇ ਜਛ ਕਿੰਨਰ ਨਾਰਦ ਹਾ ਹਾ ਹੂ ਹੂ।
ਹਾਹਾ ਹੂ ਗੰਧਰਵਿਆ ਪੱਛਰਾ, ਇਹ ਸਵਰਗਪੁਰੀ ਦੇ ਗਵਈਏ ਨੇ। ਕਹਿੰਦੇ ਮਾਨੋ ਧਰਤੀ ਦੇ ਉੱਤੇ ਮਹਾਰਾਜ ਜੀ ਦੀ ਸਭਾ ਲੱਗੀ ਹੈ, ਇਹ ਸਵਰਗਪੁਰੀ ਹੈ, ਤੇ ਇਹਦੇ ਵਿੱਚ ਜਿਹੜੇ ਸਤਿਗੁਰਾਂ ਦੇ ਗਵਈਏ ਨੇ ਉਹੀ ਗੰਧਰਵ ਨੇ, ਜਿਹੜੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਗਾਇਨ ਕਰ ਰਹੇ ਹਨ। ਤੁਨ ਤੋਮਰ ਅਲੂਕ ਸੁਨ ਸਾਜ ਸਜੇ, ਅਨੇਕਾਂ ਪ੍ਰਕਾਰ ਦੀਆਂ ਧੁਨਾਂ ਵੱਜਦੀਆਂ ਨੇ, ਅਨੇਕਾਂ ਪ੍ਰਕਾਰ ਦੇ ਸਾਜ਼ ਸਜ ਰਹੇ ਨੇ। ਇਮ ਠਾਠ ਠਟਿਓ ਸੋ ਹਜ਼ੂਰ ਗੁਰੂ, ਦਿਲ ਰੁਬਾ ਵੱਜ ਰਹੀ ਹੈ, ਸਰੰਦਾ ਵੱਜ ਰਿਹਾ ਹੈ, ਸਿਤਾਰ ਵੱਜ ਰਹੀ ਹੈ, ਰਬਾਬ ਵੱਜ ਰਹੀ ਹੈ, ਇਸੇ ਤਰ੍ਹਾਂ ਸਾਰੰਗੀ ਵਜਾਈ ਜਾ ਰਹੀ ਹੈ। ਹੋਰ ਜਿਹੜੇ ਤਾਨਪੂਰਾ ਆਦਿਕ ਕਈ ਪ੍ਰਕਾਰ ਦੇ ਸਾਜ਼ ਨੇ ਉਹ ਮਹਾਰਾਜ ਜੀ ਦੇ ਹਜ਼ੂਰ ਵਿੱਚ ਸੋਹਣਾ ਠਾਠ ਠਟਿਆ ਹੋਇਆ। ਲਖ ਹੋਤ ਇੰਦਰਾਸਨ ਲਾਜ ਲਜੇ, ਇੰਦਰ ਦੀ ਸਭਾ ਦੇ ਵਿੱਚ ਬੈਠਾ ਇੰਦਰ ਵੀ ਲਜਾਏਮਾਨ ਹੋ ਰਿਹਾ ਹੈ, ਸ਼ਰਮਸਾਰ ਹੋ ਰਿਹਾ ਹੈ ਕਿ ਮੇਰੀ ਸਭਾ ਦਾ ਸ਼ਿੰਗਾਰ ਵੀ ਇਹੋ ਜਿਹਾ ਸੋਹਣਾ ਨਹੀਂ ਜੈਸੀ ਸੁੰਦਰ ਸਭਾ ਦਾ ਸ਼ਿੰਗਾਰ ਗੁਰੂ ਕਲਗੀਧਰ ਜੀ ਦੀ ਸਭਾ ਦਾ ਹੈ। ਉਸ ਕਰੋੜਾਂ ਸਵਰਗਾਂ ਦੀ ਸੋਭਾ ਵੀ ਨਾ ਆਬਾ ਸਤਿਗੁਰਾਂ ਦੇ ਦਰਬਾਰ ਦੀ ਆਬਾ ਦੇ ਸਾਹਮਣੇ ਫਿੱਕੀ ਪੈ ਰਹੀ ਹੈ। ਚੋਪਈ ਕਈ ਸਤਿਗੁਰ ਕੈ ਆਚਰਨੀ ਪੜੇ, ਅਨੇਕਾਂ ਗੁਰ ਸਿੱਖ ਸਤਿਗੁਰਾਂ ਦੇ ਚਰਨਾਂ ਚ ਆ ਕੇ ਨਮਸਕਾਰਾਂ ਕਰ ਰਹੇ ਨੇ, ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਵੰਦਨਾ ਕਰਦੇ ਹਨ। ਲੈ ਸਤਿਗੁਰ ਹੁਕਮ ਕਈ ਡੇਰੋ ਕਰੇ, ਔਰ ਕਈ ਸਤਿਗੁਰਾਂ ਦੇ ਕੋਲੋਂ ਆਗਿਆ ਲੈ ਕੇ ਹੁਕਮ ਲੈ ਕੇ ਮਹਾਰਾਜ ਜੀ ਦੇ ਕੋਲੋਂ ਆਗਿਆ ਲੈ ਕੇ ਫਿਰ ਆਪਣਾ ਪੜਾਅ ਕਰਦੇ ਨੇ ਕਿ ਸਤਿਗੁਰੂ ਜੀ ਅਸੀਂ ਫਲਾਣੀ ਜਗ੍ਹਾ ਪੜਾਅ ਕਰ ਲਈਏ, ਤੋ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਡੇਰਾ ਕਰਦੇ ਨੇ, ਪੜਾਅ ਕਰਦੇ ਹਨ। ਧੂਪ ਤੁਖਾਏ ਕਈ ਗਿਰਦੈ ਫਿਰਾਏ, ਔਰ ਕਈ ਸਿੰਘ ਧੂਪ ਤੁਖਾ ਕੇ, ਪੁਰਾਣੀਆਂ ਧੂਪਾਂ ਬੜੀ ਮਿਹਨਤ ਦੇ ਨਾਲ ਬਣਾਈਆਂ ਜਾਂਦੀਆਂ ਸਨ, ਉਹਦੇ ਵਿੱਚ ਚੰਦਨ ਕਪੂਰ ਅਗਰ ਹੋਰ ਬਹੁਤ ਸਾਰੀਆਂ ਸਮੱਗਰੀਆਂ ਪਾ ਕੇ ਦੇਸੀ ਘਿਓ ਆਦਿਕ ਵਿੱਚ ਮਿਲਾ ਕੇ ਫਿਰ ਉਹਨੂੰ ਬਾਲਿਆ ਜਾਂਦਾ ਸੀ। ਕਹਿੰਦੇ ਇਦਾਂ ਦੀਆਂ ਧੂਪਾਂ ਜਿਹੜੀਆਂ ਨੇ ਉਹ ਮਹਾਰਾਜ ਜੀ ਦੇ ਦਰਬਾਰ ਦੇ ਆਲੇ ਦੁਆਲੇ ਤੁਖਾਈਆਂ ਜਾ ਰਹੀਆਂ ਹਨ, ਜਿਵੇਂ ਧਰੁਵ ਗਿਰਦ ਤਾਰੇ ਘੁਮਾਏ। ਕਹਿੰਦੇ ਇਦਾਂ ਗੁਰਸਿੱਖ ਮਹਾਰਾਜ ਜੀ ਦੇ ਦਰਬਾਰ ਦੇ ਆਲੇ ਦੁਆਲੇ ਪਰਿਕਰਮਾ ਕਰਦੇ ਨੇ ਜਿਵੇਂ ਧਰੂ ਤਾਰੇ ਦੇ ਆਲੇ ਦੁਆਲੇ ਸਾਰੇ ਤਾਰੇ ਘੁੰਮਦੇ ਆ। ਕਹਿੰਦੇ ਜਿਹੜਾ ਧਰੂ ਤਾਰਾ ਉਹ ਨਹੀਂ ਘੁੰਮਦਾ, ਉਹ ਚੱਲ ਖੜਾ, ਬਾਕੀ ਸਾਰੇ ਤਾਰੇ ਉਹਦੀ ਪਰਿਕਰਮਾ ਕਰਦੇ ਨੇ। ਕਹਿੰਦੇ ਇਸੇ ਤਰ੍ਹਾਂ ਸਤਿਗੁਰੂ ਜੀ ਦੇ ਆਲੇ ਦੁਆਲੇ ਗੁਰਸਿੱਖ ਪਰਿਕਰਮਾ ਕਰ ਰਹੇ ਨੇ। ਕੋ ਚਰਨਨ ਛੂ ਮੂਦਾ ਪਰੇ, ਕਈ ਮਹਾਰਾਜ ਜੀ ਦੇ ਚਰਨ ਛੂੰਹਦੇ ਆ ਤੇ ਜਿਵੇਂ ਡੰਡਾ ਜ਼ਮੀਨ ਤੇ ਡਿੱਗਦਾ ਨਾ, ਏਦਾਂ ਮੂਧੇ ਜ਼ਮੀਨ ਤੇ ਵਿਛ ਕੇ ਮਹਾਰਾਜ ਜੀ ਨੂੰ ਮੱਥਾ ਟੇਕਦੇ ਆ, ਭਾਵਨਾ ਆਪੋ ਆਪਣੀ। ਤੋ ਕੋਈ ਕਹਿੰਦੇ ਡੰਡੇ ਵੱਤ ਜ਼ਮੀਨ ਦੇ ਉੱਤੇ ਡਿੱਗ ਕੇ ਮੂਧੇ ਪੈ ਕੇ ਮੱਥਾ ਟੇਕਦੇ ਹਨ। ਜਨ ਡੰਡੋਤ ਦੇਵ ਇੰਦਰੈ ਕਰੇ, ਕਹਿੰਦੇ ਇੱਕ ਇੱਕ ਸਿੰਘ ਮਾਨੋ ਜਿਵੇਂ ਕਰੋੜਾਂ ਇੰਦਰਾਂ ਬਰਾਬਰ ਹੀ ਹੋਵੇ, ਤੇ ਖੁਦ ਇੰਦਰ ਦੇਵ ਆ ਕੇ ਮਹਾਰਾਜ ਜੀ ਦੇ ਚਰਨਾਂ ਤੇ ਮਾਨੋ ਜਿਵੇਂ ਡੰਡੋਤਾਂ ਕਰ ਰਿਹਾ ਹੋਵੇ। ਤੰਬੂ ਚਾਨਣੀ ਕਈ ਫੜ ਖੜੇ, ਕਈ ਮਹਾਰਾਜ ਜੀ ਦੀ ਚਾਨਣੀ ਫੜ ਕੇ ਪਿਛਲੇ ਪਾਸਿਓਂ ਮਹਾਰਾਜ ਜੀ ਦਾ ਜਲੋ ਲੱਗਾ ਹੋਇਆ ਤੇ ਪਿਛਲੇ ਪਾਸੇ ਚਾਨਣੀ ਫੜ ਕੇ ਖੜੇ ਹਨ। ਮੂਲ ਬਿਰਖ ਜਿਮ ਸੋ ਰਹਿ ਅੜੇ, ਜਿਵੇਂ ਕੋਈ ਦਰਖਤ ਦਾ ਤਣਾ ਨਹੀਂ ਮਜ਼ਬੂਤ ਹੋ ਕੇ ਖੜਾ ਹੁੰਦਾ, ਏਦਾਂ ਸਿੰਘ ਕਈ ਤੰਬੂ ਫੜ ਕੇ ਹਵਾ ਚੱਲਦੀ ਹੈ ਨਾ, ਤੇ ਕੋਈ ਤੰਬੂ ਫੜ ਕੇ ਖੜਾ ਤੇ ਕਈ ਸਿੰਘ ਮਹਾਰਾਜ ਜੀ ਦੇ ਸੀਸ ਦੇ ਉੱਤੇ ਚਾਨਣੀ ਫੜ ਕੇ ਮਜ਼ਬੂਤੀ ਨਾਲ ਖੜੇ ਹਨ। ਜਨ ਕਾਰੇ ਥੰਬਾ ਸੇ ਗਾੜ, ਕਹਿੰਦੇ ਮਾਨੋ ਜਿਵੇਂ ਕੋਈ ਰਣ ਥੰਬਾ ਗੱਡਿਆ ਹੋਵੇ ਜ਼ਮੀਨ 'ਚ, ਏਦਾਂ ਚੱਲ ਹੋ ਕੇ ਸਿੰਘ ਖੜੇ ਨੇ। ਜਲੋ ਸਜਦਾ ਜਦੋਂ ਆਪ ਜੀ ਦਰਬਾਰ ਸਾਹਿਬ ਵੇਖਦੇ ਹੋ, ਦਰਸ਼ਨ ਕਰਦੇ ਹੋ, ਤੋ ਜਲੋ ਸਮੇਂ ਪਿਛਲੇ ਪਾਸੇ ਸਿੰਘ ਖੜੇ ਹੁੰਦੇ ਆ ਨਾ ਮਹਾਰਾਜ ਜੀ ਦੇ ਉੱਤੇ ਸੁੰਦਰ ਚਾਨਣੀ ਲੈ ਕਰਕੇ। ਕਹਿੰਦੇ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਸਰੂਪ ਦੇ ਉੱਤੇ ਸਿੰਘ ਖੜੇ ਨੇ, ਔਰ ਜਿਵੇਂ ਕੋਈ ਥੰਮ ਗੱਡਿਆ ਹੁੰਦਾ ਹੈ, ਹੱਥਾਂ ਵਿੱਚ ਚੋਭਾਂ ਵੀ ਫੜੀਆਂ ਹੋਈਆਂ ਉਹਨਾਂ ਨੇ, ਤੇ ਉਹ ਚਾਨਣੀ ਪਕੜ ਕੇ ਖਲੋਤੇ ਹਨ। ਵਾਲ ਧੂਪ ਮੈਂ ਜਾਏ ਨਾ ਛਾੜ, ਕਹਿੰਦੇ ਭਾਵੇਂ ਧੁੱਪ ਪਵੇ ਮੀਂਹ ਪਵੇ ਉਹ ਛੱਡ ਕੇ ਨਹੀਂ ਜਾਂਦੇ,
ਅਡੋਲ ਹੋ ਕੇ ਸਤਿਗੁਰਾਂ ਦੀ ਸੇਵਾ ਕਰਦੇ ਹਨ। ਦੋਹਰਾ ਸੂਰਜਮੁਖੀ ਸਮ ਸੂਰਜੈ ਬਿਜਨ ਸੋ ਬਿਜ ਸਮਾਨ। ਫਿਰ ਮਹਾਰਾਜ ਜੀ ਦੇ ਦਰਬਾਰ 'ਚ ਸੂਰਜਮੁਖੀਆਂ ਸੋਭਦੀਆਂ ਨੇ। ਸੂਰਜਮੁਖੀ ਕਿਹਨੂੰ ਕਹਿੰਦੇ ਆ? ਪਾਨ ਦੇ ਪੱਤੇ ਵਾਂਗੂ ਆਕਾਰ ਬਣਾ ਕੇ ਨਾ ਉੱਤੇ ਚਾਰੇ ਪਾਸੇ ਗੋਟਾ ਲਾ ਕੇ, ਲੰਮੀ ਝਾਲਰ ਲਾ ਕੇ, ਵਿਚਕਾਰ ਇੱਕ ਓੰਕਾਰ ਜਾਂ ਖੰਡੇ ਦਾ ਨਿਸ਼ਾਨ ਜਿਹੜਾ ਹੈ ਉਹ ਲਾ ਕੇ ਉਹਦੇ ਵਿੱਚ ਸਿਲਮੇ ਸਿਤਾਰੇ ਲਾਏ ਜਾਂਦੇ ਹੈ, ਕੀਮਤੀ ਹੀਰੇ ਜੜੇ ਜਾਂਦੇ ਨੇ, ਨਗ ਜੜੇ ਜਾਂਦੇ ਨੇ। ਇਹ ਬਾਦਸ਼ਾਹੀ ਠਾਠ ਦਾ ਪ੍ਰਤੀਕ ਹੈ। ਉਹ ਸੂਰਜਮੁਖੀਆਂ ਲੈ ਕੇ ਸਿੰਘ ਖੜੇ ਆ ਮਹਾਰਾਜ ਜੀ ਦੇ ਦਰਬਾਰ 'ਚ। ਉਹ ਸੂਰਜ ਵਾਂਗੂ ਚਮਕਦੀਆਂ ਨੇ। ਤੇ ਫਿਰ ਬਿਜਨ ਸਮਾਨ, ਬਿਜਨ ਸੋ ਬਿਜ ਸਮਾਨ। ਬਿਜਨ ਦਾ ਮਤਲਬ ਹੁੰਦਾ ਪੱਖੇ। ਪੱਖਿਆਂ ਉੱਤੇ ਵੀ ਸਿਲਮੇ ਸਿਤਾਰੇ ਲੱਗੇ ਹੋਏ ਪੁਰਾਣੇ, ਉਹ ਵੀ ਜਰੀਦਾਰ ਕੱਪੜਿਆਂ ਦੇ ਬਣੇ ਨੇ। ਉਹ ਵੀ ਕਹਿੰਦੇ ਬਿਜਲੀ ਵਾਂਗੂ ਚਮਕਦੇ ਆ ਤੇ ਸਿੰਘਾਂ ਦੇ ਹੱਥਾਂ ਵਿੱਚ ਪੱਖੇ ਨੇ। ਉਹਨਾਂ ਪੱਖਿਆਂ ਦੇ ਨਾਲ ਪੱਖੇ ਝੱਲਣ ਦੀ ਸੇਵਾ ਕਰਦੇ ਹਨ। ਬਾਦਲ ਜਿਮ ਛਤਰ ਕੁਮੇ ਵੱਡ ਤੰਬੂ ਘਟਨ ਸਮਾਨ। ਤੰਬੂ ਘਟਨ ਸਮਾਨ। ਕਹਿੰਦੇ ਜਿਵੇਂ ਬੱਦਲ ਹੁੰਦਾ ਸਿਰ ਦੇ ਉੱਤੇ, ਏਦਾਂ ਮਹਾਰਾਜ ਜੀ ਦੇ ਸੀਸ ਉੱਤੇ ਸੋਹਣਾ ਛਤਰ ਝੁੱਲ ਰਿਹਾ। ਔਰ ਉਹ ਜਿਹੜੇ ਤੰਬੂ ਨੇ ਆਲੇ ਦੁਆਲੇ ਉਹ ਘਟਾਵਾਂ ਦੇ ਸਮਾਨ ਜਾਪਦੇ ਹਨ। ਇੰਦਰ ਹੈ ਜਿਮ ਗੁਰ ਬਾਏ ਹੱਥ ਇੰਦਰ ਤਨ ਜੈਸ ਕਮਾਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭਾ ਵਿੱਚ ਕਰੋੜਾਂ ਇੰਦਰ ਹੋ ਕੇ ਸੋਭਦੇ ਨੇ ਤੇ ਹੱਥ ਦੇ ਵਿੱਚ ਮਹਾਰਾਜ ਜੀ ਦੇ ਧਨਕ ਸ਼ੋਭਨੀਕ ਹੋ ਰਿਹਾ ਹੈ। ਚੋਰ ਮੁਠੋ ਐਸੇ ਫੇਰੇ ਜਾਨਕ ਮੋਰ ਨਚਾਨ। ਚੌਰ ਸਾਹਿਬ ਦਾ ਮੁੱਠਾ ਮਹਾਰਾਜ ਜੀ ਦੇ ਸੀਸ ਉੱਤੇ ਝੁੱਲਦਾ ਹੈ। ਸੱਜੇ ਤੋਂ ਖੱਬੇ ਕਹਿੰਦੇ ਮਾਨੋ ਜਿਵੇਂ ਹੰਸ ਪਹਿਲਾਂ ਪਾ ਰਹੇ ਹੋਣ, ਜਾਂ ਇਸ ਤਰ੍ਹਾਂ ਕਹਿ ਲਈਏ ਵੀ ਮੋਰ ਹੀ ਮਹਾਰਾਜ ਜੀ ਦੇ, ਕਿਉਂਕਿ ਮੋਰ ਦੇ ਖੰਭਾਂ ਦੇ ਮੁੱਠੇ ਵੀ ਕਈ ਸਿੰਘਾਂ ਨੇ ਫੜੇ ਨੇ। ਉਹ ਕਹਿੰਦੇ ਮਾਨੋ ਜਿਵੇਂ ਮੋਰ ਹੀ ਨੱਚ ਰਹੇ ਹੋਣ। ਜੋ ਪਾਈ ਤਹਾਂ ਸ਼ਹਿਰ ਮੈਂ ਪਰ ਗਈ ਧਾਕ। ਸਾਰੇ ਨਰਾਇਣੇ ਨਗਰ ਦੇ ਵਿੱਚ ਇੱਕਦਮ ਧਾਕ ਪੈ ਗਈ। ਮਹਾਰਾਜ ਜੀ ਦੀਆਂ ਫੌਜਾਂ ਦੇ ਦਰਸ਼ਨ ਦਿਦਾਰੇ ਕੀਤੇ ਨਾ ਜਦੋਂ ਲੋਕਾਂ ਨੇ ਆਲੇ ਦੁਆਲੇ, ਖਾਲਸੇ ਦਾ ਪ੍ਰਤਾਪ ਵੇਖਿਆ। ਕਦੇ ਇਹੋ ਜਿਹੇ ਸਿੰਘਾਂ ਦੇ ਦਰਸ਼ਨ ਉਹਨਾਂ ਲੋਕਾਂ ਕੀਤੇ ਹੀ ਨਹੀਂ ਸੀ ਉਸ ਇਲਾਕੇ 'ਚ। ਜਦੋਂ ਵੇਖੇ ਉੱਚੇ ਉੱਚੇ ਦੁਮਾਲੇ, ਤਿਆਰ ਬਰ ਤਿਆਰ ਫੌਜਾਂ ਮਹਾਰਾਜ ਜੀ ਦੀਆਂ, ਸਿੰਘ ਵੇਖੇ, ਘੋੜ ਸਵਾਰ ਵੇਖੇ, ਬਾਣੀ ਪੜ੍ਹ ਰਹੇ ਨੇ ਆਪਣੇ ਰੰਗ ਵਿੱਚ, ਚਿਹਰਿਆਂ ਤੇ ਲਾਲੀਆਂ ਦਗ ਦਗ ਕਰਦੀਆਂ। ਫਿਰ ਕਲਗੀਧਰ ਦੇ ਦੀਦਾਰ ਕੀਤੇ ਨੇ ਆ ਕੇ। ਕਹਿੰਦੇ ਵੇਖ ਕੇ ਇੱਕ ਵਾਰੀ ਸਾਰੇ ਹੈਰਾਨ ਹੋਏ। ਦੇਖਣ ਲੋਕ ਲੱਗ ਗਈ ਲਾਕ। ਲੈਣਾ ਲੱਗ ਗਈਆਂ ਲੋਕਾਂ ਦੀਆਂ, ਵੇਖਣ ਵਾਲਿਆਂ ਦੀਆਂ। ਇਲਾਕੇ ਦੇ ਲੋਕ ਆ ਗਏ। ਦਰਸ਼ਨ ਤੇ ਉਨ ਮਨ ਪਤੀ ਆਇਆ। ਜਦੋਂ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਕੇ ਉਹਨਾਂ ਲੋਕਾਂ ਦਾ ਮਨ ਪਤੀਜ ਗਿਆ, ਮਨ ਰਾਜੀ ਹੋ ਗਿਆ ਜਦੋਂ ਸਤਿਗੁਰੂ ਜੀ ਦੇ ਦਰਸ਼ਨ ਕੀਤੇ। ਲਈ ਚੜਾਵੇ ਸ਼ਹਿਰ ਚੱਲ ਆਇਆ। ਕਈ ਸਿੱਖ ਆਏ ਜਿਹੜੇ ਇਲਾਕੇ ਦੇ ਵਿੱਚ ਰਹਿੰਦੇ ਸੀ, ਕਈ ਆਮ ਲੋਕ ਵੀ ਆਏ, ਚੜਾਵਾ ਲੈ ਕੇ ਆਉਂਦੇ ਐ। ਮਹਾਰਾਜ ਜੀ ਦੇ ਚਰਨਾਂ 'ਚ ਆ ਕੇ ਚੜਾਵਾ ਚੜਾਉਂਦੇ ਹਨ। ਦੋਹਰਾ ਬੜੋ ਅਚੰਬਾ ਤੈ ਲਖਾ ਅਚੰਬਤ ਪਇਓ ਸੰਸਾਰ। ਕਹਿੰਦੇ ਬੜਾ ਅਚੰਭਾ ਵੇਖਿਆ ਉਸ ਵੇਲੇ, ਸਾਰਾ ਸੰਸਾਰ ਹੀ ਅਚੰਭਾ ਹੋ ਗਿਆ। ਅਚੰਭਾ ਕਿਉਂ ਹੋਇਆ? ਕਿ ਕਿਉਂਕਿ ਕਦੇ ਨਾ ਲੋਕਾਂ ਨੇ ਸਿੰਘਾਂ ਦੇ ਦਰਸ਼ਨ ਹੀ ਨਹੀਂ ਸੀ ਕੀਤੇ ਇਸ ਇਲਾਕੇ 'ਚ। ਜਦੋਂ 5-7 ਹਜ਼ਾਰ ਫੌਜਾਂ ਸਿੰਘਾਂ ਦੀਆਂ ਉੱਥੇ ਪਹੁੰਚੀਆਂ, ਉਹ ਵੇਖ ਕੇ ਉਹਨਾਂ ਵਾਸਤੇ ਤਾਂ ਇੱਕ ਪ੍ਰਕਾਰ ਦਾ ਅਚੰਭਾ ਹੀ ਸੀ ਨਾ, ਅਚਰਜ ਹੀ ਸੀ। ਉਹ ਵੇਖ ਕੇ ਹੈਰਾਨ ਹੋ ਰਹੇ ਨੇ। ਆਏ ਦਰਸ਼ਨ ਸਤਿਗੁਰੂ ਛੱਡ ਛੱਡ ਦਾਦੂ ਦੁਆਰ। ਜਿਹੜੇ ਦਾਦੂ ਜੀ ਦੇ ਦੁਆਰ ਤੇ ਰਹਿੰਦੇ ਸੀ ਚੇਲੇ, ਦਾਦੂ ਦੀਨ ਦਿਆਲ ਜੀ ਦੇ, ਬਹੁਤ ਸਾਰੇ ਮਹਾਂਪੁਰਸ਼ ਫਕੀਰ ਉੱਥੇ ਵੀ ਰਹਿੰਦੇ ਸੀ। ਉਹ ਆਪਣਾ ਡੇਰਾ ਛੱਡ ਕੇ ਤੇ ਕਲਗੀਧਰ ਜੀ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਣ ਲੱਗੇ। ਜੋ ਪਈ ਦਾਦੂ ਦੁਆਰੇ ਖਬਰੋ ਪਈ। ਉਧਰ ਦਾਦੂ ਜੀ ਦੇ ਦੁਆਰ ਦੇ ਉੱਤੇ ਖਬਰ ਹੋਈ, ਨਾਨਕ ਆਇਓ ਦਸਮੋ ਜਈ। ਮਹੰਤ ਜੈਤ ਰਾਮ ਜੀ ਉੱਥੋਂ ਦੇ ਮਹੰਤ ਸੀ। ਉਹਨਾਂ ਨੂੰ ਕਿਸੇ ਨੇ ਖਬਰ ਦਿੱਤੀ ਕਿ 10ਵੇਂ ਗੁਰੂ ਨਾਨਕ ਸਾਹਿਬ ਆਏ ਨੇ।
ਦਸਵੇਂ ਗੁਰੂ ਨਾਨਕ ਸਾਹਿਬ ਜੀ ਆਏ ਨੇ, ਉਹ ਕਿਰਪਾ ਕਰ ਰਹੇ ਨੇ ਕਲਗੀਧਰ ਦੇ ਰੂਪ ਵਿੱਚ। ਤਿਸ ਕੋ ਦਈਏ ਧਾਮ ਖੁਲਾਈ। ਮੰਤ ਜੈਤ ਰਾਮ ਜੀ ਹੋਣਾ ਦਾ, ਕਿਉਂਕਿ ਦਾਦੂ ਜੀ ਕਹਿ ਗਏ ਸੀ ਇਹਨਾਂ ਨੂੰ, ਕੋਈ ਆਵੇ ਤੁਸੀਂ ਆਪਣੇ ਡੇਰੇ ਤੇ ਬੁਲਾ ਕੇ ਉਹਨਾਂ ਨੂੰ ਜਲ ਪਾਣੀ ਭੋਜਨ ਛਕਾਉਣਾ, ਲੰਗਰ ਛਕਾਏ ਬਿਨਾਂ ਨਹੀਂ ਭੇਜਣਾ, ਜਾਂ ਰਸਤ ਬਸਤ ਲੰਗਰ ਦੀ ਭੇਟ ਕਰਨੀ ਹੈ ਜਿਹੜਾ ਵੀ ਕੋਈ ਆਵੇ। ਇਹ ਲੰਗਰ ਪ੍ਰਥਾ ਇਹ ਵੀ ਚਲਾਉਂਦੇ ਹੈ, ਕਿਉਂਕਿ ਦਾਦੂ ਜੀ ਦਾ ਗੁਰੂ ਘਰ ਨਾਲ ਵੀ ਸਨੇਹ ਰਿਹਾ, ਤੋ ਕਬੀਰ ਪੰਥੀ ਹੋਣ ਕਰਕੇ, ਤੋ ਸਤਿਗੁਰੂ ਜੀ ਦੀ ਵੀ ਕਲਾ ਸੀ ਨਾਲ। ਇਹ ਮੰਤ ਜੈਤ ਰਾਮ ਜੀ ਨੇ ਸੋਚਿਆ ਕਿ ਜੇ ਗੁਰੂ ਸਾਹਿਬ ਆਏ ਨੇ ਤਾਂ ਉਹਨਾਂ ਨੂੰ ਬੁਲਾ ਕੇ ਸੱਦ ਕੇ ਡੇਰੇ ਤੇ ਭੋਜਨ ਛਕਾਉਣਾ ਚਾਹੀਦਾ ਹੈ। ਮਹੰਤ ਆਇਓ ਸੰਗ ਚੇਲੇ ਲਾਈ। ਮੰਤ ਜੈਤ ਰਾਮ ਜੀ ਆਏ, ਆਪਣੇ ਨਾਲ ਚੇਲੇ ਲੈ ਕੇ ਆਏ ਆਪਣੇ। ਸਤਿਗੁਰ ਆਦਰ ਤਿਸ ਬੋ ਕੀਓ। ਕਲਗੀਧਰ ਜੀ ਨੇ ਮੰਤ ਜੀ ਦਾ ਬੜਾ ਸਤਿਕਾਰ ਕੀਤਾ। ਮਹੰਤ ਜੈਤ ਰਾਮ ਜੀ ਚੰਗੇ ਕਰਨੀ ਵਾਲੇ ਸਾਧੂ ਸਨ, ਤੋ ਮਹਾਰਾਜ ਜੀ ਨੇ ਉਹਨਾਂ ਦਾ ਵੀ ਸਤਿਕਾਰ ਕੀਤਾ। ਸੰਤ ਸਾਧ ਮਰਿਆਦਾ ਥੀਓ। ਜਿਹੜੀ ਸੰਤਾਂ ਸਾਧੂਆਂ ਦੀ ਮਰਿਆਦਾ ਹੁੰਦੀ ਹੈ, ਉਸ ਮਰਿਆਦਾ ਨਾਲ ਸਤਿਗੁਰੂ ਜੀ ਵਿਚਰੇ ਹਨ। ਦਰਸ਼ਨ ਪਰਸਨ ਪਏ ਪ੍ਰਸੰਨ। ਸਤਿਗੁਰੂ ਜੀ ਦੇ ਦਰਸ਼ਨ ਪਰਸ ਕੇ ਬੜੇ ਖੁਸ਼ ਹੋਏ ਮੰਤ ਜੈਤ ਰਾਮ ਜੀ। ਕਲਗੀਧਰ ਜੀ ਨੂੰ ਵੀ ਖੁਸ਼ੀ ਹੋਈ। ਕਹਿਓ ਤੂੰ ਨਾਨਕ ਗੁਰ ਪਇਓ ਤਨ। ਮੰਤ ਜੈਤ ਰਾਮ ਬੋਲਿਆ, ਕਹਿਣ ਲੱਗਾ ਤੁਸੀਂ ਦਸਵੇਂ ਗੁਰੂ ਨਾਨਕ ਹੋ ਮਹਾਰਾਜ, ਤੁਸੀਂ ਧੰਨ ਹੋ ਸਤਿਗੁਰੂ ਜੀ, ਤੁਸੀਂ ਧੰਨ ਹੋ। ਸਤਿਗੁਰ ਕਹਿਓ ਸੰਤ ਸਭ ਏਕ। ਮਹਾਰਾਜ ਜੀ ਕਹਿਣ ਲੱਗੇ ਜੈਤ ਰਾਮ ਜੀ, ਜਿਹੜੇ ਸੰਤ ਹੋ ਗਏ ਨਾ ਉਹ ਸਾਰੇ ਇੱਕ ਹੀ ਹੋ ਜਾਂਦੇ ਆ। ਜਦੋਂ ਕੋਈ ਪੂਰਨਤਾ ਨੂੰ ਪ੍ਰਾਪਤ ਹੋ ਜਾਏ ਤੇ ਪੂਰਨਤਾ ਨੂੰ ਪ੍ਰਾਪਤ ਹੋ ਕੇ ਬ੍ਰਹਮ ਗਿਆਨ 'ਚ ਟਿਕੇ ਹੋਏ ਮਹਾਂਪੁਰਸ਼ਾਂ ਦਾ ਫਿਰ ਕੋਈ ਮਜ਼ਹਬ ਜਾਂ ਕੋਈ ਧਰਮ ਜਾਂ ਕੋਈ ਜਾਤ ਜਾਂ ਕੋਈ ਪਾਤ ਜਾਂ ਕੋਈ ਪੰਗਤ ਨਹੀਂ ਰਹਿ ਜਾਂਦੀ। ਬਸ ਉਹ ਤਾਂ ਫਿਰ ਪਰਮੇਸ਼ਰ ਰੂਪ ਹੋ ਜਾਂਦਾ। ਸੰਤ ਦਾ ਕੋਈ ਧਰਮ ਨਹੀਂ ਹੁੰਦਾ, ਕੋਈ ਮਜ਼ਹਬ ਨਹੀਂ ਹੁੰਦਾ, ਕਿਉਂਕਿ ਪਰਮਾਤਮਾ ਵੀ ਮਜ਼ਹਬ ਤੋਂ ਰਹਿਤ ਹੈ ਨਾ। ਤਦੇ ਮਹਾਰਾਜ ਜੀ ਕਹਿੰਦੇ ਨਮਸਤੰ ਅਮਜਬੇ, ਪਰਮਾਤਮਾ ਜੀ ਤੁਹਾਨੂੰ ਨਮਸਕਾਰ ਹੈ, ਤੁਹਾਡਾ ਕੋਈ ਮਜ਼ਹਬ ਨਹੀਂ ਹੈ, ਉਹ ਮਜ਼ਹਬ ਤੋਂ ਰਹਿਤ ਨੇ। ਤੋ ਇਸੇ ਤਰ੍ਹਾਂ ਰੱਬ ਦੇ ਪਿਆਰੇ ਵੀ ਉਹਦਾ ਰੂਪ ਹੀ ਹੋ ਜਾਂਦੇ। ਕਲਗੀਧਰ ਜੀ ਪਾਤਸ਼ਾਹ ਕਹਿੰਦੇ ਆ ਵੀ ਸਾਰੇ ਸੰਤ ਇੱਕ ਰੂਪ ਹੀ ਹੁੰਦੇ ਆ, ਭਾਵੇਂ ਵਿਚਾਰਕ ਮਤ ਭੇਦ ਪਹਿਲਾਂ ਹੁੰਦੇ ਹੋਣ, ਪਰ ਜਦੋਂ ਪਹੁੰਚ ਗਏ ਉੱਥੇ ਜਾ ਕੇ ਫਿਰ ਉਹ ਸਾਰੇ ਹੀ ਇੱਕ ਹੋ ਜਾਂਦੇ ਨੇ। ਹਾਂਜੀ। ਨੀਰ ਚੀਰ ਮਿਲ ਤਜੇ ਬਵੇਕ। ਮਹਾਰਾਜ ਜੀ ਕਹਿੰਦੇ ਜਿਹੜੇ ਸੰਤ ਹੁੰਦੇ ਨੇ ਉਹਨਾਂ ਦੀ ਬਿਰਤੀ ਵਿਵੇਕੀ ਪੁਰਸ਼ਾਂ ਵਾਲੀ ਹੁੰਦੀ ਹੈ। ਜਿਵੇਂ ਹੰਸ ਆਪਣੀ ਚੁੰਝ ਪਾ ਕੇ ਦੁੱਧ ਤੇ ਪਾਣੀ ਵੱਖੋ ਵੱਖਰਾ ਕਰ ਲੈਂਦਾ ਹੈ, ਏਦਾਂ ਜਿਹੜੇ ਸੰਤ ਹੁੰਦੇ ਨੇ ਉਹ ਵੀ ਆਪਣੀ ਵਿਵੇਕ ਬੁੱਧੀ ਦੇ ਨਾਲ ਸੱਚ ਝੂਠ ਦਾ ਨਿਤਾਰਾ ਕਰਕੇ, ਸੱਚ ਨੂੰ ਗ੍ਰਹਿਣ ਕਰਕੇ ਤੇ ਝੂਠ ਦਾ ਤਿਆਗ ਕਰ ਦਿੰਦੇ ਹਨ। ਜੈਤ ਰਾਮ ਤੋ ਨਾਮ ਮਹੰਤ। ਇਹ ਜਿਹੜਾ ਮਹੰਤ ਆਇਆ ਸਤਿਗੁਰਾਂ ਦੇ ਚਰਨਾਂ ਵਿੱਚ, ਇਹਨਾਂ ਦਾ ਨਾਮ ਮਹੰਤ ਜੈਤ ਰਾਮ ਹੈ। ਭਲੋ ਪੁਰਸ਼ ਉਸ ਆਏ ਮਹੰਤ। ਇਹ ਚੰਗੇ ਭਲੇ ਪੁਰਸ਼ ਨੇ, ਤਦੇ ਇਹਨਾਂ ਨੂੰ ਮਹੰਤੀ ਪ੍ਰਾਪਤ ਹੋਈ ਹੈ। ਦੋਹਰਾ ਹਾਥ ਜੋੜ ਠਾਂਡੋ ਪਇਓ, ਤੋ ਉਨ ਕਈ ਅਰਦਾਸ। ਹੱਥ ਜੋੜ ਕੇ ਸਤਿਗੁਰੂ ਜੀ ਦੇ ਸਾਨਮੁਖ ਖਲੋ ਕੇ ਮਹੰਤ ਜੈਤ ਰਾਮ ਜੀ ਨੇ ਅਰਦਾਸ ਕੀਤੀ। ਤਨ ਹਮਾਰੇ ਭਾਗੈ ਤੁਮ ਆਏ ਹਮਰੇ ਪਾਸ। ਕਹਿਣ ਲੱਗੇ ਮਹਾਰਾਜ ਸਾਡੇ ਭਾਗ ਧਨ, ਸਾਡੇ ਕਰਮ ਸਵੱਲੇ ਕਿ ਤੁਸੀਂ ਆਪ ਚੱਲ ਕੇ ਸਾਡੇ ਪਾਸ ਆਏ ਹੋ। ਸਾਡੇ ਭਾਗ ਚੰਗੇ ਨੇ ਮਹਾਰਾਜ ਕਿ ਤੁਸੀਂ ਖੁਦ ਚੱਲ ਕੇ ਆਪ ਆਏ ਹੋ। ਜੋ ਪਈ ਹਮ ਤੇ ਭੋਜ ਸੋ ਇੱਕ ਡੰਗ ਲੀਜੈ। ਮਹਾਰਾਜ ਜੀ ਕਿਰਪਾ ਕਰੋ, ਇੱਕ ਡੰਗ ਦਾ ਭੋਜਨ ਤੁਸੀਂ ਸਾਡੇ ਕੋਲੋਂ ਲਵੋ। ਡੰਗ ਦਾ ਮਤਲਬ ਹੁੰਦਾ ਵੇਲਾ, ਇੱਕ ਵੇਲੇ ਦਾ। ਆਮ ਆਪਾਂ ਪੰਜਾਬੀ 'ਚ ਡੰਗ ਵੀ ਕਹਿ ਦਿੰਦੇ ਆ ਵੀ ਚਲੋ ਡੰਗ ਟੱਪ ਜਾਏ, ਯਾਨੀ ਕਿ ਇੱਕ ਵੇਲਾ। ਮਹਾਰਾਜ ਜੀ
ਇੱਕ ਵੇਲੇ ਦਾ ਭੋਜਨ ਆਪ ਜੀ ਕਿਰਪਾ ਕਰਕੇ ਸਾਡੇ ਕੋਲੋਂ ਲਵੋ। ਸਾਧ ਸੰਗਤ ਕੋ ਧਰਮ ਰਖ ਲੀਜੈ। ਸਾਧ ਸੰਗਤ ਦਾ ਧਰਮ ਰੱਖ ਲਓ, ਕਿਉਂਕਿ ਸਾਡੇ ਸਾਧੂਆਂ ਦਾ ਇਹ ਧਰਮ ਹੈ। ਤੋ ਸਤਿਗੁਰ ਹਸ ਐਸ ਉਚਾਰਾ। ਮਹਾਰਾਜ ਜੀ ਹੱਸ ਕੇ ਨਾ ਜੈਤ ਰਾਮ ਨੂੰ ਪਰਖਣ ਲਈ ਕਲਗੀਧਰ ਜੀ ਬੋਲੇ, ਤੁਮ ਤੇ ਭੋਜਨ ਹਮ ਸਰੇ ਨਾ ਸਾਰਾ। ਮਹਾਰਾਜ ਜੀ ਕਹਿੰਦੇ ਮੰਤ ਜੀ ਤੁਸੀਂ ਸਾਨੂੰ ਸਾਰਿਆਂ ਨੂੰ ਨਹੀਂ ਭੋਜਨ ਛਕਾ ਸਕਣਾ, ਤੁਹਾਡੇ ਕੋਲੋਂ ਸਾਡੇ ਸਾਰਿਆਂ ਦੀ ਸੇਵਾ ਨਹੀਂ ਹੋ ਸਕਣੀ। ਹਮ ਸੰਗ ਐ ਬੋ ਮਾਸ ਆਹਾਰੀ। ਮਹਾਰਾਜ ਜੀ ਕਹਿੰਦੇ, ਮੰਤ ਜੀ ਕਹਿੰਦੇ ਮਹਾਰਾਜ ਕਿਉਂ ਨਹੀਂ ਸਾਰਿਆਂ ਦੀ ਸੇਵਾ ਹੋਣੀ, ਸਾਡੇ ਘਰ 'ਚ ਸਭ ਕੁਝ ਆ। ਮਹਾਰਾਜ ਜੀ ਕਹਿੰਦੇ ਆ ਸਾਡੇ ਨਾਲ ਮਾਸਾਹਾਰੀ ਜੀਵ ਨੇ ਬਾਜ, ਉਹਨਾਂ ਨੂੰ ਕਿਵੇਂ ਖਵਾਓਗੇ, ਉਹਨਾਂ ਨੂੰ ਖਵਾਏ ਬਿਨਾਂ ਤਾਂ ਅਸੀਂ ਨਹੀਂ ਸਕਦੇ। ਕਲਗੀਧਰ ਪਾਤਸ਼ਾਹ ਕਹਿੰਦੇ ਹਮ ਸੰਗ ਹੈ ਬਹੁ ਮਾਸ ਆਹਾਰੀ, ਸਾਡੇ ਨਾਲ ਮਾਸ ਖਾਣ ਵਾਲੇ ਜੀਵ ਵੀ ਹਨ। ਉਨ ਕੀ ਖੁਦਿਆ ਮਿਟੇ ਕੇ ਮਸਾਰੀ। ਮਹਾਰਾਜ ਜੀ ਕਹਿੰਦੇ ਉਹਨਾਂ ਦੀ ਭੁੱਖ ਕਿਵੇਂ ਮਿਟੇਗੀ ਮੰਤ ਜੀ, ਉਹਨਾਂ ਨੂੰ ਕਿਵੇਂ ਛਕਾਓਗੇ, ਕਿਉਂਕਿ ਵੈਸ਼ਨਵ ਸੀ ਨਾ, ਕਬੀਰ ਪੰਥੀ ਵੈਸ਼ਨਵ ਮਤ ਹੈ। ਤੋ ਮਹਾਰਾਜ ਜੀ ਨੂੰ ਸਤਿਗੁਰੂ ਜੀ ਨੇ ਕਿਹਾ ਵੀ ਇਹਨਾਂ ਦੀ ਭੁੱਖ ਕਿਵੇਂ ਮਿਟਾਓਗੇ। ਉਨ ਮੁਖ ਤੇ ਤਵ ਐਸ ਉਚਾਰੀ। ਅੱਗੋਂ ਮੰਤ ਜੀ ਬੋਲੇ ਕਹਿਣ ਲੱਗੇ, ਦਾਦੂ ਸਤ ਹਮ ਖਵਾਏ ਜੁਆਰੀ। ਕਹਿੰਦੇ ਜੀ ਅਸੀਂ ਦਾਦੂ ਪੰਥੀ ਸੰਤਾਂ, ਤੁਹਾਡੇ ਮਾਸਾਹਾਰੀ ਪਸ਼ੂ ਜਿਹੜੇ ਜੀਵ ਨੇ ਉਹਨਾਂ ਨੂੰ ਬੇਨਤੀ ਕਰਕੇ ਅੱਜ ਜਵਾਰੀ ਖਵਾ ਲਾਂਗੇ। ਮਹਾਰਾਜ ਅੱਜ ਉਹ ਸਾਡੇ ਸਾਧਾਂ ਦੀ ਜਵਾਰੀ ਖਾ ਲੈਣਗੇ, ਮਾਸ ਤਾਂ ਰੋਜ਼ ਹੀ ਖਾਂਦੇ ਆ, ਅੱਜ ਸਾਡੀ ਜਵਾਰੀ ਖਾ ਲੈਣਗੇ। ਮਹਾਰਾਜ ਬੇਨਤੀ ਜਿਵੇਂ ਤੁਹਾਨੂੰ ਕੀਤੀ ਹੈ ਏਦਾਂ ਉਹਨਾਂ ਨੂੰ ਵੀ ਕਰ ਲਵਾਂਗੇ। ਦੋਹਰਾ ਸਾਧੂ ਸੰਗਤ ਪ੍ਰਤਾਪ ਤੇ ਬਾਜਨ ਖਾਈ ਜਵਾਰੇ। ਦੇਖੋ ਮਹਾਰਾਜ ਜੀ ਦੀ ਖੇਡ ਵਰਤੀ, ਸਾਧੂ ਸੰਗਤ ਦੇ ਪ੍ਰਤਾਪ ਸਦਕਾ ਬਾਜ ਮਰਦਾ ਮਰ ਜੇ, ਕਦੇ ਜਵਾਰ ਨਹੀਂ ਖਾਂਦਾ ਮਾਸ ਤੋਂ ਬਿਨਾਂ। ਪਰ ਸਤਿਗੁਰੂ ਜੀ ਔਰ ਸਾਧੂ ਸੰਗਤ ਦਾ ਪ੍ਰਤਾਪ ਵੇਖੋ ਕਿ ਗੁਰੂ ਪਾਤਸ਼ਾਹ ਦੇ ਬਾਜਾਂ ਨੇ ਉੱਥੇ ਜਵਾਰ ਪੱਖੀ ਹੈ, ਜਵਾਰ ਖਾਧੀ ਹੈ। ਬਾਜਨ ਖਾਈ ਜਵਾਰ, ਬਾਜਾਂ ਨੇ ਵੀ ਜਵਾਰ ਖਾਧੀ ਹੈ। ਧਾਮ ਸੋ ਦੇਖੇ ਖੁਸ਼ ਪਏ, ਗੁਰ ਲੈ ਗੇ ਦਾਦੂ ਦੁਆਰੇ। ਪੁਰਾਣੇ ਘਰ ਬਣੇ ਹੋਏ ਦਾਦੂ ਜੀ ਦਾ ਜਿਹੜਾ ਦਿਉਰਾ ਸੀ, ਅਸਥਾਨ ਸੀ, ਉਹ ਮਹਾਰਾਜ ਜੀ ਨੇ ਜਾ ਕੇ ਵੇਖੇ ਤੇ ਬੜੇ ਖੁਸ਼ ਹੋਏ। ਦਾਦੂ ਜੀ ਆਪਣੇ ਦਾਦੂ ਜੀ ਦੇ ਦੁਆਰ ਦੇ ਉੱਤੇ ਮਹੰਤ ਜੈਤ ਰਾਮ ਜੀ ਲੈ ਕੇ ਗਏ। ਜੋ ਪਈ ਦਾਦੂ द्वार को दर्श करायो। ਇਹਦਾ ਦਾਦੂ द्वार ਦਾ ਉਹਨੇ ਸਾਰਾ ਫਿਰ ਕੇ ਦਰਸ਼ਨ ਕਰਾਇਆ। ਮਹਾਰਾਜ ਸਾਡੀ ਆ ਜਗ੍ਹਾ ਹੈ, ਆ ਵੀ ਜਗ੍ਹਾ ਸਾਡੀ, ਏਦਾਂ ਸਾਰੇ ਪਾਸੇ ਮਹਾਰਾਜ ਜੀ ਨੂੰ ਵਿਖਾਇਆ। ਸਤਿਗੁਰ ਫੂਲਨ ਮੀਂਹ ਬਰਸਾਇਓ। ਸਤਿਗੁਰੂ ਜੀ ਉੱਤੇ ਫੁੱਲਾਂ ਦਾ ਮੀਂਹ ਵਰਸਾਇਆ। ਤਨ ਤਨ ਕਹਿਓ ਸੰਤਨ ਪ੍ਰਤਾਪ। ਔਰ ਮਹਾਰਾਜ ਜੀ ਨੇ ਸੰਤਾਂ ਦੀ ਮਹਿਮਾ ਕੀਤੀ। ਕਲਗੀਧਰ ਜੀ ਨੇ ਸੰਤਾਂ ਦਾ ਪ੍ਰਤਾਪ ਦੱਸਿਆ। ਸੰਤ ਨਿੰਦਕ ਕੋ ਹੋਵੇ ਖਾਪ। ਪਾਤਸ਼ਾਹ ਨੇ ਆਖਿਆ ਜਿਹੜੇ ਸੰਤਾਂ ਦੇ ਨਿੰਦਕ ਨੇ ਉਹਨਾਂ ਦਾ ਨਾਸ਼ ਹੁੰਦਾ ਹੈ। ਸੰਤਾਂ ਦੇ ਨਿੰਦਕਾਂ ਦੀ ਕਹਿੰਦੇ ਅੱਧ ਵਿੱਚੋਂ ਟੁੱਟ ਜਾਂਦੀ ਹੈ। ਸੰਤਾਂ ਦੇ ਨਿੰਦਕਾਂ ਦਾ ਸਭ ਕੁਝ ਨਸ਼ਟ ਭ੍ਰਸ਼ਟ ਹੋ ਜਾਂਦਾ ਹੈ। ਸੁਖਮਨੀ ਜੀ ਕੀ ਤੁਕ ਸੋ ਪਰੀ। ਸੁਖਮਨੀ ਸਾਹਿਬ ਦੀ 13ਵੀਂ ਅਸ਼ਟਪਦੀ ਦੀਆਂ ਕੁਝ ਪੰਕਤੀਆਂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੜ੍ਹੀਆਂ। ਸੰਤ ਕੀ ਮਹਿਮਾ ਥੀ ਜੋ ਧਰੀ। ਜਿਵੇਂ ਮਹਾਰਾਜ ਜੀ ਨੇ ਲਿਖਿਆ ਸੀ, ਸੰਤ ਕੀ ਮਹਿਮਾ ਵੇਦ ਨਾ ਜਾਣ ਹੈ, ਜੇਤਾ ਸੁਨੈ ਤੇਤਾ ਬਖਿਆਨਾ। ਸਾਧੂਆਂ ਮਹਾਂਪੁਰਸ਼ਾਂ ਦੀ ਮਹਿਮਾ ਵੇਦ ਵੀ ਨਹੀਂ ਜਾਣਦੇ। ਔਰ ਸੁਚਰਚਾ ਪਰਚਾ ਕੀਓ। ਸਾਧੂ ਜੀ ਦੇ ਦਿਉਰੇ ਤੇ ਬੈਠੇ ਮਹੰਤ ਜੈਤ ਰਾਮ ਜੀ ਸਮੇਤ ਬੜੇ ਬੜੇ ਮਹਾਂਪੁਰਸ਼ ਸਾਧੂ ਸੀ, ਉਹਨਾਂ ਨਾਲ ਬਹਿ ਕੇ ਸਤਿਗੁਰੂ ਜੀ ਨੇ ਚਰਚਾ ਕੀਤੀ, ਬ੍ਰਹਮ ਚਰਚਾ ਹੋਈ। ਦੋ ਵੱਲ ਤੇ ਸੁਖ ਸੋ ਲੀਓ। ਦੋਹਾਂ ਪਾਸਿਓਂ ਗੱਲਾਂ ਬਾਤਾਂ ਹੋਈਆਂ, ਉਹਦਾ ਲੰਮਾ ਵਿਸਥਾਰ ਹੈ। ਮਹੰਤ ਗੱਲ ਇੱਕ ਨਹੀਂ ਸੁਣਾਈ। ਹੁਣ ਮਹੰਤ ਜੀ ਨੇ ਇੱਕ ਨਵੀਂ ਬਾਤ ਮਹਾਰਾਜ ਜੀ ਨੂੰ ਸੁਣਾਈ, ਕਲਗੀਧਰ ਜੀ ਨੂੰ। ਕਿ ਮੈਂ ਗਏ ਤੇ ਹਮ ਉਤ ਥਾਈ। ਇਹਨੇ ਆਪਣੇ ਬਾਰੇ ਦੱਸਿਆ ਵੀ ਕਿਵੇਂ ਮੈਂ ਗਿਆ ਸੀ ਉੱਥੇ ਤੇ ਮੇਰੇ ਨਾਲ ਕੀ ਹੋਇਆ।
ਉਹ ਆਪਣੀ ਵਿਥਿਆ ਮਹੰਤ ਜੈਤ ਰਾਮ ਜੀ ਨੇ ਦੱਸੀ। ਨਾਰਾਇਣ ਦਾਸ ਤੋ ਤਿਸ ਕੋ ਨਾਮ। ਮਹਾਰਾਜ ਇੱਕ ਸਾਧ ਮਿਲਿਆ ਸਾਨੂੰ ਗੋਦਾਵਰੀ ਦੇ ਕੰਢੇ, ਉਹਦਾ ਨਾਮ ਨਾਰਾਇਣ ਦਾਸ ਹੈ, ਉਹਨੂੰ ਮਾਧੋ ਦਾਸ ਬਰਾਗੀ ਵੀ ਕਹਿੰਦੇ ਆ। ਉਹਦਾ ਘਰਦਿਆਂ ਦੇ ਨਾਂ ਰੱਖਿਆ ਸੀ ਲਛਮਣ ਦਾਸ। ਕਸ਼ਮੀਰ ਦੇ ਇਲਾਕੇ ਦੇ ਵਿੱਚ ਪਿੰਡ ਰਜੌਰੀ ਵਿੱਚ ਉਹ ਜਨਮਿਆ। ਨਾਮ ਲਛਮਣ ਦੇਵ ਰੱਖਿਆ ਘਰਦਿਆਂ ਨੇ। ਜਾਨਕੀ ਪ੍ਰਸਾਦ ਨਾਮ ਦੇ ਵੈਸ਼ਨਵ ਸਾਧ ਦਾ ਚੇਲਾ ਬਣਿਆ, ਉਹਨੇ ਨਾਮ ਮਾਧੋ ਦਾਸ ਰੱਖਿਆ। ਫਿਰ ਅਨੂਣੀਏ ਸਾਧ ਔਗੜਨਾਥ ਦੀ ਸੰਗਤ ਮਿਲੀ, ਉਹਨੇ ਨਾਰਾਇਣ ਦਾਸ ਨਾਮ ਰੱਖ ਦਿੱਤਾ। ਮਹਾਰਾਜ ਉਹ ਜਿਹੜਾ ਮਾਧੋ ਦਾਸ, ਨਾਰਾਇਣ ਦਾਸ ਵੀ ਜਿਹਨੂੰ ਕਹਿੰਦੇ ਐ, ਨੇ ਮੈਨੂੰ ਬਿਠਾ ਦਿੱਤਾ ਸੀ ਮੇਰੇ ਨਾਲ ਮਸ਼ਕਰੀ ਕਰਨ ਵਾਸਤੇ। ਉਸ ਪਲੰਘੇ ਦੇ ਉੱਤੇ ਮੈਨੂੰ ਬਿਠਾ ਕੇ ਹਮ ਜਾਣਿਓ ਇਨ ਆਦਰ ਕਰਿਓ। ਮੈਂ ਵੇਖਿਆ ਵੀ ਸ਼ਾਇਦ ਇਹ ਆਦਰ ਕਰਦਾ ਮੇਰਾ, ਵੀ ਸਾਡਾ ਸਤਿਕਾਰ ਕਰਕੇ ਨੇ ਪਲੰਘੇ ਤੇ ਬਿਠਾਇਆ ਹੈ। ਹੁਤੋ ਦੁਸ਼ਟ ਵੈ ਮਸਕਰੀ ਭਰਿਓ। ਮਹਾਰਾਜ ਪਰ ਉਹ ਤਾਂ ਬੜਾ ਦੁਸ਼ਟ ਹੈ, ਮਸ਼ਕਰੀ ਭਰਿਆ। ਉਹ ਤਾਂ ਮਸ਼ਕਰੀਆਂ ਕਰਦਾ, ਸਾਧੂਆਂ ਨਾਲ ਵੀ ਮਸ਼ਕਰੀਆਂ ਕਰਦਾ। ਦੋਹਰਾ ਬੈਠਾਇਓ ਉਸ ਪਲੰਗ ਪੁਰ ਪੁਨ ਉਨ ਦਿਓ ਉਲਟਾਏ। ਮਹਾਰਾਜ ਮੈਨੂੰ ਉਸ ਪਲੰਗੇ ਤੇ ਬਿਠਾ ਕੇ ਤੇ ਫਿਰ ਉਹ ਪਲੰਗਾ ਆਪਣੀ ਕਰਾਮਾਤ ਨਾਲ ਮੂਧਾ ਮਾਰ ਕੇ ਮੈਨੂੰ ਥੱਲੇ ਸੁੱਟ ਦਿੱਤਾ। ਤੇ ਥੱਲੇ ਸੁੱਟ ਕੇ ਇਸ ਪ੍ਰਕਾਰ ਨਾਲ ਕਰੀ ਮਸਕਰੀ ਹਮ ਕਨੀ ਹੱਸ ਹੱਸ ਲਿਟ ਲਿਟ ਪਾਏ। ਮਹਾਰਾਜ ਉਹਨੇ ਮਸ਼ਕਰੀ ਕੀਤੀ, ਜਦੋਂ ਪਲੰਗਾ ਮੂਧਾ ਮਾਰ ਕੇ ਮੈਨੂੰ ਥੱਲੇ ਸੁੱਟ ਲਿਆ ਤੇ ਫਿਰ ਮਹਾਰਾਜ ਜੀ ਹੱਸ ਹੱਸ ਕੇ ਦੂਰਾ ਹੁੰਦਾ ਸੀ, ਲਿਟ ਲਿਟ ਪੈਂਦਾ ਸੀ ਜ਼ਮੀਨ ਤੇ। ਉਹਦੇ ਚੇਲੇ ਵੀ ਉਹਦੇ ਨਾਲ ਸਨ ਤੇ ਮੈਨੂੰ ਪਲੰਗੇ ਦੇ ਥੱਲੇ ਮੂਧਾ ਸੁੱਟ ਕੇ ਹੱਸ ਹੱਸ ਕੇ ਲਿਟ ਲਿਟ ਪੈਂਦਾ ਸੀ, ਲੋਟ ਪੋਟ ਹੁੰਦਾ ਸੀ। ਜੋ ਪਈ ਖਟ ਦਰਸ਼ਨ ਕੋ ਮਸਕਰੀ ਕਰੇ। ਮਹਾਰਾਜ ਉਹ ਕਿਸੇ ਦਾ ਵਿਸਾਹ ਨਹੀਂ ਕਰਦਾ। ਜਿਹੜੇ ਖਟ ਦਰਸ਼ਨੀਏ ਨੇ ਉਹਨਾਂ ਸਾਰਿਆਂ ਦੇ ਨਾਲ ਉਹ ਮਸ਼ਕਰੀਆਂ ਕਰਦਾ। ਕੋਈ ਜੋਗੀ ਚਲਾ ਜੇ, ਜੰਗਮ ਚਲਾ ਜੇ, ਜਿਹੜਾ ਚਲਾ ਜੇ ਉਹਦੇ ਨਾਲ ਹੀ ਉਹ ਮਸ਼ਕਰੀਆਂ ਕਰਦਾ। ਗੁਰ ਪੀਰ ਤੇ ਨਾਏ ਸੋ ਡਰੇ। ਕਿਸੇ ਗੁਰੂ ਤੋਂ, ਕਿਸੇ ਪੀਰ ਤੋਂ, ਕਿਸੇ ਮਹਾਂਪੁਰਸ਼ ਤੋਂ ਨਹੀਂ ਡਰਦਾ। ਆਪ ਕਹਾਵੇ ਉਹ ਗੁਰ ਪੀਰ। ਉਹ ਤਾਂ ਆਪਣੇ ਆਪ ਨੂੰ ਹੀ ਵੱਡਾ ਗੁਰੂ ਪੀਰ ਕਹਾਉਂਦਾ। ਉਹ ਕਹਿੰਦਾ ਮੇਰੇ ਵਰਗਾ ਗੁਰੂ ਪੀਰ ਕਿਹੜਾ ਹੋ ਸਕਦਾ। ਏਦਾਂ ਉਹ ਆਪਣੇ ਮਾਣ ਵਿੱਚ ਮੱਤਾ ਹੋਇਆ। ਸੰਤ ਨਿੰਦਕ ਵੋ ਤੇ ਗੁਰ ਪੀਰ। ਮਹਾਰਾਜ ਜੀ ਉਹਦੇ ਜਿਹੜੇ ਗੁਰੂ ਪੀਰ ਸੀ ਅੱਗੇ, ਜਿਨ੍ਹਾਂ ਦਾ ਉਹ ਚੇਲਾ ਸੀ ਔਗੜਨਾਥ ਵਰਗਿਆਂ ਦਾ, ਜਾਨਕੀ ਪ੍ਰਸਾਦ ਵਰਗਿਆਂ ਦਾ, ਉਹ ਵੀ ਅੱਗੇ ਗੁਰੂ ਪੀਰਾਂ ਦੇ ਨਿੰਦਕ ਹੀ ਸਨ। ਉਹ ਵੀ ਸੰਤਾਂ ਦੇ ਨਿੰਦਕ ਸਨ। ਜਿਹੋ ਜਿਹੇ ਦੇ ਉਸਤਾਦ ਸੀ ਉਹੋ ਜਿਹਾ ਉਹਨਾਂ ਦਾ ਇਹ ਚੇਲਾ ਹੈ। ਮਹੰਤ ਕਈ ਉਤਵਲ ਨਾ ਜਾਈਓ। ਜਦੋਂ ਉਹਨੂੰ ਪਤਾ ਲੱਗਾ ਵੀ ਸਤਿਗੁਰੂ ਜੀ ਦੱਖਣ ਨੂੰ ਜਾ ਰਹੇ ਨੇ, ਉਹ ਕਹਿੰਦਾ ਮਹਾਰਾਜ ਉਧਰ ਨਾ ਜਾਇਓ, ਬੜੀ ਬੁਰੀ ਬਲਾ ਜੋ ਬੰਦਾ। ਨਾਰਾਇਣ ਦਾਸ ਵੀ ਉਹਨੂੰ ਕਹਿੰਦੇ ਆ, ਮਾਧੋ ਦਾਸ ਵੀ ਉਹਦਾ ਨਾਂ ਹੈ, ਬੈਰਾਗੀ ਸਾਧ ਹੈ। ਮਹਾਰਾਜ ਉਧਰ ਨਾ ਜਾਇਓ, ਉਹਦਾ ਨਾ ਵਿਸਾਹ ਕਰਿਓ। ਉਸ ਤੇ ਟਲ ਕੇ ਦੂਰ ਸਿਧਾਈਓ। ਜੇ ਜਾਣਾ ਵੀ ਹੈ ਤਾਂ ਗੋਦਾਵਰੀ ਵਾਲੇ ਪਾਸੇ ਨਾ ਜਾਇਓ ਜਿੱਥੇ ਉਹ ਰਹਿੰਦਾ, ਉਹਦੇ ਤੋਂ ਟਾਲਾ ਵੱਟ ਕੇ ਕਿਸੇ ਹੋਰ ਪਾਸੇ ਦੂਰ ਚਲੇ ਜਾਇਓ। ਸਤਿਗੁਰ ਕਈ ਜੋ ਸਤਿਗੁਰ ਕਰੇ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਮਹੰਤ ਜੈਤ ਰਾਮ ਜੀ, ਇਹ ਤਾਂ ਜੋ ਸਤਿਗੁਰੂ ਜੀ ਨੇ ਕਰਨਾ ਪਰਮੇਸ਼ਰ ਦੇ ਹੱਥ ਹੈ ਨਾ। ਜੇ ਅਕਾਲ ਪੁਰਖ ਨੂੰ ਭਾਉਂਦਾ ਅਸੀਂ ਉੱਥੇ ਜਾਣਾ ਤਾਂ ਜਾਣਾ ਹੀ ਜਾਣਾ। ਬਨੇ ਨਹੀਂ ਅਬ ਹਮ ਕੋ ਟਰੇ। ਸਤਿਗੁਰੂ ਜੀ ਨੂੰ ਭਾਉਂਦਾ ਹੈ ਅਸੀਂ ਉੱਥੇ ਜਾਈਏ, ਇਸ ਕਰਕੇ ਹੁਣ ਸਾਡੇ ਕੋਲੋਂ ਨਹੀਂ ਟਾਲਾ ਵੱਟ ਹੋਣਾ। ਹੁਣ ਤਾਂ ਸਾਨੂੰ ਜਾਣਾ ਹੀ ਪਵੇਗਾ। ਨਾ ਦੱਸਦਾ ਨਾ ਪਹਿਲਾਂ, ਭਾਵੇਂ ਨਾ ਜਾਂਦੇ, ਪਰ ਤੂੰ ਦੱਸ ਦਿੱਤਾ ਵੀ ਉੱਥੇ ਬਿਮਾਰ ਰਹਿੰਦਾ ਹੈ ਤੇ ਫਿਰ ਉਸ ਬਿਮਾਰ ਦਾ ਇਲਾਜ ਕਰਨ ਜਾਣਾ ਹੀ ਪਵੇਗਾ ਸਾਨੂੰ।
ਹਾਂਜੀ। सो हमको राह बताओ। ਮਹਾਰਾਜ ਜੀ ਕਹਿੰਦੇ ਸਗੋਂ ਦੱਸ ਵੀ ਕਿਹੜਾ ਰਾਹ ਜਾਂਦਾ ਉਹਦੇ ਘਰ ਨੂੰ। ਉਹ ਕਹਿੰਦਾ ਨਾ ਜਾਇਓ। ਮਹਾਰਾਜ ਜੀ ਕਹਿੰਦੇ ਸਾਨੂੰ ਦੱਸ ਤਾਂ ਸਹੀ ਵੀ ਉਹਦੇ ਡੇਰੇ ਨੂੰ ਰਸਤਾ ਕਿਹੜਾ ਜਾਂਦਾ। नाम थाम ओ ग्राम सुनाओ। ਉਹਦਾ ਨਾਂ ਕਿਹੜਾ ਸ਼ਹਿਰ ਹੈ ਜਿੱਥੇ ਉਹ ਰਹਿੰਦਾ, ਕਿਹੜੀ ਥਾਂ ਕਿਹੜਾ ਗ੍ਰਾਮ ਹੈ ਉਹਦਾ ਮੈਨੂੰ ਦੱਸ। ਜਾਂ देखे हम उसकी सिद्धि। ਮਹਾਰਾਜ ਜੀ ਕਹਿੰਦੇ ਅਸੀਂ ਵੇਖਦੇ ਆਂ ਜਾ ਕੇ ਭਾਈ ਉਹਦੀਆਂ ਕਿਹੜੀਆਂ ਸਿੱਧੀਆਂ ਨੇ, ਕਿਹੜੀਆਂ ਕਰਾਮਾਤਾਂ ਸਿੱਧੀਆਂ ਉਹਨੇ ਰੱਖੀਆਂ ਨੇ। कौन गुरु जिस ते पई वृद्धि। ਵੇਖਦੇ ਆਂ ਜਾ ਕੇ ਵੀ ਕਿਹੜਾ ਗੁਰੂ ਹੈ ਉਹਦਾ ਜਿਹਦੇ ਕੋਲੋਂ ਉਹਨੂੰ ਇਹ ਕਰਾਮਾਤਾਂ ਸਿੱਧੀਆਂ ਵਧੀਆਂ ਹੋਈਆਂ ਮਿਲੀਆਂ ਨੇ। अड़े तो हम उस सिद्धि गवावे। ਮਹਾਰਾਜ ਜੀ ਕਹਿੰਦੇ ਜੇ ਅੜੇਗਾ ਸਾਡੇ ਨਾਲ ਤਾਂ ਉਹਦੀਆਂ ਸਿੱਧੀਆਂ ਗਵਾ ਦੇਾਂਗੇ ਅਸੀਂ। ਪਾਤਸ਼ਾਹ ਕਹਿੰਦੇ ਫਿਰ ਉਹਦੀਆਂ ਸਿੱਧੀਆਂ ਹਰ ਲਵਾਂਗੇ। मिले तो उसको राहे पाए जावे। ਤੇ ਜੇ ਉਹ ਮਿਲੇਗਾ ਆ ਕੇ ਸ਼ਰਨ 'ਚ ਪਵੇਗਾ ਤੇ ਉਹਨੂੰ ਭੁੱਲੇ ਹੋਏ ਨੂੰ ਰਸਤੇ ਤੇ ਪਾਵਾਂਗੇ, ਮਾਰਗ ਦਰਸ਼ਨ ਕਰਾਂਗੇ, ਉਹਦਾ ਮਾਰਗ ਤੇ ਪਾਵਾਂਗੇ। सत नानक उस कर है दास। ਮਹਾਰਾਜ ਜੀ ਕਹਿੰਦੇ ਆ ਸਾਡਾ ਵੀ ਪ੍ਰਣ ਹੈ। खास। ਔਰ ਮਹਾਰਾਜ ਜੀ ਕਹਿੰਦੇ ਆਪਣਾ ਖਾਸ ਸਿੱਖ ਬਣਾਵਾਂਗੇ ਉਹਨੂੰ। ਖਾਸ ਸਿੱਖ ਯਾਨੀ ਕਿ ਸਾਰਿਆਂ ਵਿੱਚ ਉਹਦਾ ਨਾਮ ਪ੍ਰਗਟ ਹੋਵੇਗਾ, ਪ੍ਰਸਿੱਧ ਹੋਵੇਗਾ। महंत बाच। ਹੁਣ ਮੰਤ ਦੱਸਦਾ ਅੱਗੋਂ ਟਿਕਾਣਾ ਕਿੱਥੇ ਰਹਿੰਦਾ, ਉਹ ਕਿਹੜੀ ਜਗ੍ਹਾ ਹੈ, ਉਹਦਾ ਐਡਰੈਸ ਦੱਸਦਾ। दोहरा नदी गोदावर टिग हो तो शहर नदेड़ सो नाम। ਮਹਾਰਾਜ ਗੋਦਾਵਰੀ ਨਦੀ ਦਾ ਕਿਨਾਰਾ ਹੈ ਔਰ ਉਸ ਕਿਨਾਰੇ ਤੇ ਇੱਕ ਪੁਰਾਤਨ ਨਗਰ ਵਸਦਾ। ਪੁਰਾਣੇ ਸਮੇਂ ਤੋਂ ਉਸ ਨਗਰ ਮਹਾਰਾਜ ਜੀ ਦੱਖਣ ਦਿਸ਼ਾ ਦੇ ਵਿੱਚ ਉਹ ਬੜਾ ਭਲਾ ਨਗਰ ਹੈ ਔਰ ਬੜਾ ਪ੍ਰਸਿੱਧ ਨਗਰ ਹੈ। ਸਾਰੇ ਪਾਸੇ ਉਹਦਾ ਨਾਮ ਪ੍ਰਗਟ ਹੈ। चौपाई वो होते तो प्रथम कंगाल। ਮਹਾਰਾਜ ਜਿਹਦੇ ਬਾਰੇ ਸਾਧ ਬਾਰੇ ਤੁਹਾਨੂੰ ਦੱਸਿਆ ਨਾ, ਉਹ ਮਾਧੋ ਦਾਸ ਬਾਰੇ। ਮਹਾਰਾਜ ਜੀ ਉਹ ਪਹਿਲਾਂ ਕੋਈ ਕੰਗਾਲ ਜਿਹਾ ਸਾਧ ਹੀ ਸੀ। ਕੰਗਾਲ ਜਿਹਾ ਦਾ ਮਤਲਬ ਵੀ ਉਦਾਂ ਟੁਰਿਆ ਫਿਰਦਾ ਸੀ ਫਕੀਰਾਂ ਦੇ ਟੋਲਿਆਂ 'ਚ। रल कहूं तुरियो सो संतन नाल। ਕਿਸੇ ਸੰਤਾਂ ਦੀ ਟੋਲੀ ਦੇ ਨਾਲ ਰਲ ਕੇ ਟੁਰ ਪਿਆ। बहुत सैल उन प्रथम करियो। ਉਹਨੇ ਪਹਿਲਾਂ ਸੰਤਾਂ ਦੀਆਂ ਟੋਲੀਆਂ ਨਾਲ ਫਿਰ ਕੇ ਬੜਾ ਸੈਲ ਕੀਤਾ ਹੈ, ਬੜੀਆਂ ਥਾਵਾਂ ਤੇ ਉਹ ਫਿਰ ਕੇ ਆਇਆ। सिद्ध मंत्री उस मिल परियो। ਫਿਰ ਉਹਨੂੰ ਕੋਈ ਮੰਤਰਾਂ ਤੰਤਰਾਂ 'ਚ ਨਿਪੁੰਨਕ ਅਲੂਣੀਆਂ ਸਾਧ ਮਿਲ ਗਿਆ। उसकी सेव बहुत इनकारी। ਉਸ ਅਨੂਣੀਏ ਸਾਧ ਔਗੜਨਾਥ ਦੀ ਉਹਨੇ ਬੜੀ ਸੇਵਾ ਕੀਤੀ। ਉਹਦੀ ਬੜੀ ਉਹਨੇ ਸੇਵਾ ਦੇ ਵਿੱਚ ਜੀਵਨ ਬਤੀਤ ਕੀਤਾ। विद्या दई इन्हें उस भली। ਉਸ ਅਨੂਣੀਏ ਸਾਧ ਨੇ ਇਹਨੂੰ ਬੜੀ ਵਿਦਿਆ ਦਿੱਤੀ ਮੰਤਰਾਂ ਤੰਤਰਾਂ ਦੀ। ਬਹੁਤ ਸਾਰੇ ਜੰਤਰ ਮੰਤਰ ਕਰਾਮਾਤਾਂ ਰਿੱਧੀਆਂ ਸਿੱਧੀਆਂ ਇਹਨੂੰ ਦਿੱਤੀਆਂ। दई पोथी ओ भेद देओ कुल। ਔਰ ਇੱਕ ਮੰਤਰਾਂ ਜੰਤਰਾਂ ਦੀ ਕੋਈ ਪੋਥੀ ਸੀ ਉਹਦੇ ਕੋਲ, ਸਾਧ ਕੋਲ। ਉਹਨੇ ਇਹਨੂੰ ਦੇ ਦਿੱਤੀ ਆਪਣੇ ਚੇਲੇ ਨੂੰ। ਆਖਿਆ ਇਹ ਭੇਦ ਸਾਰਾ ਹੁਣ ਤੈਨੂੰ ਦੱਸ ਦਿੱਤਾ। सो कर दीने अपने तुल। ਜਿੰਨਾ ਮੰਤਰ ਜੰਤਰ ਉਹ ਜਾਣਦਾ ਸੀ ਔਗੜਨਾਥ, ਉਹਨੇ ਸਾਰੀ ਵਿਦਿਆ ਅੱਗੇ ਨੂੰ ਦੇ ਦਿੱਤੀ। ਇਹਨੂੰ ਵੀ ਆਪਣਾ ਉਸੇ ਤਰ੍ਹਾਂ ਪੂਰਾ ਚੇਲਾ ਬਣਾ ਲਿਆ। देख के पोथी कई तिन बात। ਔਰ ਉਹ ਪੋਥੀ ਜਿਹੜੀ ਜਿਹਦੇ ਚ ਰਿੱਧੀਆਂ ਸਿੱਧੀਆਂ ਕਰਾਮਾਤਾਂ ਆਜਮਤਾਂ ਬੇਅੰਤ ਨੇ, ਜਿਹਦੇ ਚ ਬਹੁਤ ਸਾਰੇ ਮੰਤਰ ਤੰਤਰ ਜੰਤਰ ਦੱਸੇ ਹੋਏ ਨੇ, ਉਹ ਮੰਤਰਾਂ ਜੰਤਰਾਂ ਤੰਤਰਾਂ ਵਾਲੀ ਪੋਥੀ ਉਹ ਇਹਨੂੰ ਦੇ ਕੇ ਉਹ ਆਪ ਚਲਾਣਾ ਕਰ ਗਿਆ। ਔਰ ਇਹਨੂੰ ਆਪਣੇ ਉਸ ਡੇਰੇ ਦੀ ਮੰਤੀ ਦੇ ਗਿਆ। जगत करी ना बो बिख्यात। ਤੇ ਜਾਣ ਤੋਂ ਪਹਿਲਾਂ ਉਹਨੇ ਕਿਹਾ ਸੀ ਇਹਨੂੰ ਕਿ ਜਿਹੜੀ ਤੈਨੂੰ ਮੈਂ ਇਹ ਵਿਦਿਆ ਦੇ ਕੇ ਚੱਲਿਆ ਇਹਨੂੰ ਬਹੁਤਾ ਪ੍ਰਗਟ ਨਾ ਕਰੀ ਜਗਤ ਵਿੱਚ, ਇਹਨੂੰ ਲੁਕਾ ਕੇ ਰੱਖੀ,
ਇਹ ਮੰਤਰ ਜੰਤਰ ਤੰਤਰ ਜਾਂ ਕਰਾਮਾਤਾਂ ਲੋਕਾਂ ਨੂੰ ਵਿਖਾਉਣ ਵਾਸਤੇ ਨਹੀਂ। गोप रहे तो रहे हैं पास। ਕਿਉਂਕਿ ਇਹਨੂੰ ਜਿੰਨਾ ਗੁਪਤ ਰੱਖੇਗਾ ਤੇ ਤੇਰੇ ਕੋਲ ਰਹਿਣਗੀਆਂ। ਮੰਤਰ ਤਾਂ ਉਹੀ ਹੁੰਦਾ ਨਾ ਜਿਹੜਾ ਗੁਪਤ ਰਵੇ, ਜਿਹੜਾ ਪ੍ਰਗਟ ਹੋ ਜੇ ਉਹ ਕਾਹਦਾ ਮੰਤਰ ਹੋਇਆ, ਉਹ ਤਾਂ ਫਿਰ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ। ਮੰਤਰ ਦਾ ਮਤਲਬ ਹੀ ਗੁਪਤ ਹੁੰਦਾ। ਉਹਨੇ ਆਖਿਆ ਇਹ ਮੰਤਰ ਵਿਦਿਆ, ਇਹ ਤੰਤਰ ਵਿਦਿਆ, ਇਹਨੂੰ ਜਿੰਨਾ ਗੁਪਤ ਰੱਖੇਗਾ ਇਹ ਤੇਰੇ ਕੋਲ ਰਹੇਗੀ। प्रगट करे तो ले जाए सास। ਤੇ ਜੇ ਤੂੰ ਇਹਨੂੰ ਪ੍ਰਗਟ ਕਰੇਗਾ ਤੇ ਹੋ ਸਕਦਾ ਵੀ ਇਹ ਜਾਣ ਦੇ ਨਾਲ ਤੇਰੇ ਸਵਾਸ ਵੀ ਲੈ ਜੇ। ਤੰਤਰ ਵਿਦਿਆ ਹੁੰਦੀ ਇਹੋ ਜੀ ਹੈ, ਇਹ ਲੁਕਾ ਕੇ ਰੱਖਣੀ ਪੈਂਦੀ ਹੈ। ਜੇ ਨਾ ਲੁਕਾ ਕੇ ਰੱਖੀਏ, ਪ੍ਰਗਟ ਕਰ ਦਈਏ ਤੇ ਦੂਜਾ ਸਾਹ ਹੀ ਲੈ ਜਾਂਦਾ ਨਾਲ, ਤੰਤਰ ਵੀ ਲੈ ਜਾਂਦੀ ਹੈ। ਇਦਾਂ ਦੇ ਜਿਹੜੇ ਤਾਂਤਰਿਕ ਹੁੰਦੇ ਆ, ਮੰਤਰ ਤੰਤਰ ਸਿੱਧ ਕਰਨ ਵਾਲੇ, ਉਹਨਾਂ ਦਾ ਹਸ਼ਰ ਅੰਤ ਨੂੰ ਬੜਾ ਮਾੜਾ ਹੁੰਦਾ ਹੈ। ਇਹ ਤਾਂ ਮਹਾਰਾਜ ਜੀ ਨੇ ਤਰਸ ਕੀਤਾ, ਇਹਨੂੰ ਜਾ ਕੇ ਬੰਦਾ ਬਣਾਇਆ ਆਪਣਾ, ਔਰ ਇਹ ਮਹਾਨ ਅਵਸਥਾ ਨੂੰ ਪ੍ਰਾਪਤ ਹੋਏ, ਭੁੱਲੇ ਹੋਏ ਨੂੰ ਮਾਰਗਦਰਸ਼ਨ ਕਰ ਦਿੱਤਾ। ਆਮ ਕਰਕੇ ਤਾਂਤਰਿਕਾਂ ਦੇ ਜਿਹੜੇ ਤੰਤਰ ਮੰਤਰ ਕਰਨ ਵਾਲੇ ਨੇ, ਇਹਨਾਂ ਦਾ ਹਸ਼ਰ ਅੰਤਲਾ ਬਹੁਤ ਮਾੜਾ ਹੁੰਦਾ ਹੈ। ਤੋ ਲੋਕਾਂ ਨੂੰ ਗੁੰਮਰਾਹ ਕਰਕੇ, ਲੋਕਾਂ ਦੇ ਕੋਲੋਂ ਕਈ ਤਾਂ ਉਦਾਂ ਹੀ ਟੁਰੇ ਫਿਰਦੇ ਆ ਖਾਮ ਖਾ, ਤੇ ਜਿਹੜੇ ਤੰਤਰ ਮੰਤਰ ਜਾਣਨ ਵਾਲੇ ਨੇ ਵੀ ਉਹਨਾਂ ਦਾ ਵੀ ਹਸ਼ਰ ਮਾੜਾ ਹੀ ਹੁੰਦਾ ਹੈ। ਤੋ ਭੈੜੀ ਵਿਦਿਆ ਹੁੰਦੀ ਹੈ, ਬੜੀ ਖੋਟੀ ਵਿਦਿਆ ਹੁੰਦੀ ਹੈ, ਜਿਹਦੇ ਵਿੱਚ ਇਹ ਲੱਗ ਕੇ ਆਪਣਾ ਜੀਵਨ ਬਤੀਤ ਕਰਦੇ ਹਨ। ਬੜੇ ਬੜੇ ਭੈੜੇ ਟੋਟਕੇ ਜਿਹੜੇ ਨੇ ਉਹ ਅਪਣਾਉਂਦੇ ਆ, ਮਸ਼ਾਨਾਂ 'ਚ ਬਹਿ ਕੇ, ਮੜੀਆਂ 'ਚ ਬਹਿ ਕੇ, ਮੁਰਦੇ ਤੱਕ ਖਾ ਕੇ, ਔਰ ਮੜੀਆਂ ਦੀ ਸਵਾਹ ਆਦਿਕ ਮਲ ਕੇ ਸਰੀਰ ਦੇ ਉੱਤੇ ਬੜੇ ਭੈੜੇ ਤਰੀਕਿਆਂ ਨਾਲ ਤੰਤਰ ਸਿੱਧ ਕਰਦੇ ਆ। ਜਿਹੜੀਆਂ ਇਹ ਬਦ ਹਵਾਵਾਂ ਨੇ, ਇਹਨਾਂ ਨੂੰ ਆਪਣੇ ਕਾਬੂ ਕਰਨ ਵਾਸਤੇ ਮਲਨ ਤੋਂ ਮਲਨ, ਗੰਦੇ ਤੋਂ ਗੰਦੇ, ਨੀਚ ਤੋਂ ਨੀਚ ਕਰਮ ਇਹਨਾਂ ਨੂੰ ਕਰਨੇ ਪੈਂਦੇ ਹਨ। ਔਰ ਉਹਦੇ ਵਿੱਚ ਹੀ ਫਿਰ ਇਹਨਾਂ ਦੇ ਸਾਹਸ ਨਿਕਲਦੇ ਨੇ। ਮਹੰਤ ਜੈਤ ਰਾਮ ਜੀ ਦੱਸ ਰਹੇ ਨੇ ਵੀ ਉਹਦੇ ਗੁਰੂ ਨੇ ਕਿਹਾ ਸੀ ਉਹਨੂੰ ਵੀ ਤੂੰ ਆਪਣੀ ਇਹ ਕਰਾਮਾਤ ਪ੍ਰਗਟ ਨਾ ਕਰੀ, ਇਹਨੂੰ ਬਾਹਰ ਜ਼ਾਹਰ ਨਾ ਕਰੀ। ਪਰ ਮਹਾਰਾਜ ਉਹ ਆਪਣੀ ਪ੍ਰਗਟ ਕਰ ਰਿਹਾ, ਜ਼ਾਹਰ ਕਰ ਰਿਹਾ ਕਰਾਮਾਤ। ਉਹ ਦੱਸ ਰਿਹਾ ਮਹੰਤ ਜੈਤ ਰਾਮ ਕਿ ਉਹਦੇ ਕੋਲ ਜਿਹੜੀ ਉਹ ਪੁਸਤਕ ਹੈ ਨਾ, ਪੋਥੀ ਤੰਤਰਾਂ ਮੰਤਰਾਂ ਵਾਲੀ, ਉਹਦੇ 'ਚ ਕਿਹੜੀ ਕਿਹੜੀ ਵਿਦਿਆ ਹੈ, ਉਹਦੇ ਬਾਰੇ ਅੱਗੇ ਵੇਰਵਾ ਆਵੇਗਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਉਹਦੇ ਵਿੱਚ ਕਈ ਤਰ੍ਹਾਂ ਦੀ ਵਿਦਿਆ ਦਾ ਜ਼ਿਕਰ ਆਉਂਦਾ। ਬੂਟੀ ਬੁਲਾਵਣ, ਬਨਹਿ ਜਗਾਵਣ, ਪਾਰਸ ਪੌਰਸ ਬਿੱਦ ਬਨਾਵਣ, ਔਰ ਇਸਤਰੀ ਹੋਵੈ ਮਰਦ, ਮਰਦੋਂ ਵੀ ਸੋ ਇਸਤਰੀ ਕਰਦ, ਲੁਕੀ ਛਿਪੀ ਪਰ ਚਿਤ ਕੀ ਜਾਨਨ, ਮੋਹਨ ਚਾਟਨ ਤੋੜਨ ਬੁਲਾਰਨ, ਦੁਸ਼ਟੈ ਮਾਰਨ ਚੇਤਨ ਬਚਈਐ, ਤਾਰੇ ਅੰਬਰੋਂ ਤੋੜ ਮੰਗਈਐ। ਇਦਾਂ ਦੀ ਵਿਦਿਆ ਉਹਦੇ ਵਿੱਚ ਲਿਖੀ ਹੋਈ ਹੈ। ਉਹ ਦੱਸ ਰਿਹਾ ਸਤਿਗੁਰੂ ਜੀ ਨੂੰ, ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਅਚੁੱਤ ਹੈ ਪਾਰ ਬ੍ਰਹਮ, ਹੈ ਪੁਰਨ ਹੈ ਸਰਬ ਮੈਂ, ਹੈ ਸੰਗੀ ਹੈ ਨਿਰੰਕਾਰ, ਹੈ ਗੋਬਿੰਦ ਹੈ ਗੁਣ ਨਿਧਾਨ, ਹੈ ਅਪਰੰਪਰ ਹਰ ਹਰੇ, हे संतः कै सदा संग, हे ठाकुर हो दासरो, नानक
ਦੀਜੈ ਨਾਮਦਾਨ। ਹੋਈਐ ਪਰੋ ਆਏ ਪ੍ਰਭ ਸ਼ਰਣਾਗਤੀ। ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ। ਨਾਨਕ ਓਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ। ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ। ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ। ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ। ਗੁਰ ਪਾਰੇ ਉਤਾਰ ਨਿਆਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।